ਅਸੀਂ ਰਿਕੁਐਸਟ ਕੀਤੀ ਹੈ PM ਸਾਹਿਬ ਨੂੰ ਕਿ ਕੋਈ ਕਮ ਸੇ ਕਮ 10 ਸਾਲ ਦੀ ਇੰਡਸਟਰੀਅਲ ਪਾਲਿਸੀ ਸਾਨੂੰ ਦਿੱਤੀ ਜਾਏ, ਜੇ ਇੰਡਸਟਰੀਜ਼ ਨੂੰ ਪਤਾ ਹੋਏ ਕਿ ਯਾਰ ਮੇਰੇ ਤੇ ਟੈਕਸੇਸ਼ਨ ਇਸ ਤਰ੍ਹਾਂ ਹੋਏਗੀ, ਮੈਨੂੰ ਇੰਟਰਸਟ ਰੇਟ ਹੈ ਲੱਗੇਗਾ, ਮੇਰੇ ਡਾਲਰ ਪ੍ਰਾਈਸਿਸ ਹੈ ਹੋਣਗੀਆਂ, ਤਾਂ ਕਿ ਉਹ ਆਪਣੀ ROI ਨੂੰ ਕੈਲਕੂਲੇਟ ਕਰ ਸਕੇ। ਪ੍ਰੋਬਲਮ ਸਾਡਾ ਡਾਕਟਰ ਸਾਹਿਬ ਇਹ ਵੇ ਕਿ ਅਸੀਂ ਜਿਹੜੀ ਪਿਛਲੀ ਪਾਲਿਸੀਆਂ ਨੇ ਨਾ ਉਹਨਾਂ ਦੀ ਵਜ੍ਹਾ ਤੋਂ IMF ਦੇ ਕਰਜ਼ੇ ਦੇ ਵਿੱਚ ਫਸੇ ਹੋਏ ਹਾਂ। ਅੱਛਾ, ਗੌਰਮੈਂਟ ਰਿਲੀਫ ਦੇਣਾ ਚਾਹੁੰਦੀ ਹੈ ਲੇਕਿਨ ਗੌਰਮੈਂਟ ਦੇ ਵੀ ਹੱਥ ਕਿਸੇ ਹੱਦ ਤੱਕ ਬਣੇ ਹੋਏ ਨੇ। ਗੌਰਮੈਂਟ ਨੇ ਇਹਦੇ ਗੌਰ ਵੀ ਕਰਦੀ ਪਈ ਹੈ ਤੇ ਗੌਰਮੈਂਟ ਨੇ ਸਾਨੂੰ ਅਸ਼ੋਰ ਵੀ ਕੀਤਾ ਕਿ ਇਨਸ਼ਾਅੱਲਾ ਉਹ ਹੁਣ ਨਹੀਂ ਤੇ ਸ਼ਾਇਦ ਅਗਲੇ ਸਾਲ ਦੇ ਵਿੱਚ ਸਾਨੂੰ ਲੌਂਗ ਟਰਮ ਬਿਜ਼ਨਸ ਪਾਲਿਸੀ ਇੰਡਸਟਰੀਅਲ ਪਾਲਿਸੀ ਦੇ ਦੇਣ। ਤੁਹਾਨੂੰ ਪਤਾ ਹੈ ਕਿ ਅਸੀਂ ਪਿਛਲੀ 2-3 ਸਾਲਾਂ ਦੀ ਖਰਾਬ ਗਵਰਨੈਂਸ ਤੋਂ ਨਿਕਲ ਕੇ ਆਏ ਹਾਂ ਜੀ। ਤੁਹਾਨੂੰ ਪਤਾ ਹੋਏਗਾ ਕਿ ਆਰਮੀ ਚੀਫ ਸਾਹਿਬ ਦੀ, ਉਹਦੇ ਬਾਅਦ ਤੋਂ ਸਾਡੇ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦੀ ਬੜੀ ਐਫਰਟਸ ਰਹੀਆਂ ਨੇ ਇਕਨੋਮੀ ਨੂੰ, ਕਿਤੇ ਅਸੀਂ ਦੀਵਾਲੀਆ ਹੋਣੇ ਪਏ ਸਾਂ, ਕਿਤੇ ਅਲਹਮਦੁਲਿਲਾ ਅਸੀਂ ਸਟੇਬਲ ਪੋਜੀਸ਼ਨ ਤੇ ਆਏ ਹਾਂ। ਤੇ ਇਨਸ਼ਾਅੱਲਾ ਇਹ ਬਜਟ ਸਾਡੀ ਐਕਸਪੈਕਟੇਸ਼ਨ ਹੋਏਗੀ ਕਿ ਰਾਈਜ਼ ਦਾ ਸਾਲ ਹੋਏਗਾ। ਸਾਡੀ ਸੁਜੈਸ਼ਨ ਸੀ ਕਿ ਤੁਸੀਂ EV ਪਾਲਿਸੀ ਲੈ ਕੇ ਆਓ, ਵੱਡੀ ਇੰਡਸਟਰੀਆਂ ਦੇ ਉੱਤੇ ਤੁਸੀਂ ਸੁਪਰ ਟੈਕਸ ਦੇ ਨਾਮ ਦੇ ਉੱਤੇ ਇੱਕ ਟੈਕਸ ਲਗਾਇਆ ਹੋਇਆ ਹੈ। ਦੇਖੋ ਪੂਰੀ ਦੁਨੀਆ 'ਚ ਜਿਹੜੀ ਇੰਡਸਟਰੀ ਜ਼ਿਆਦਾ ਕੰਮ ਕਰਦੀ ਹੈ ਗਵਰਨਮੈਂਟ ਉਹਨੂੰ ਸਪੋਰਟ ਕਰਦੀ ਹੈ। ਸਾਡੇ ਇੱਥੇ ਇਹ ਹੋ ਗਿਆ ਕਿ ਜਿਹੜੀ ਇੰਡਸਟਰੀ ਜ਼ਿਆਦਾ ਕੰਮ ਕਰਦੀ ਹੈ ਉਹ ਕਹਿੰਦੇ ਨੇ ਤੂੰ ਜ਼ਿਆਦਾ ਕੰਮ ਕੀਤਾ ਤੂੰ ਜ਼ਿਆਦਾ ਟੈਕਸ ਦੇ। ਨਾ ਸਿਆਲਕੋਟ ਕੋਈ ਇੰਪੋਰਟ ਸਬਸਟੀਟਿਊਸ਼ਨ ਦੇ ਰਿਹਾ, ਸਿਆਲਕੋਟ ਕੀ ਕਰਦਾ ਪਿਆ, ਉਹ ਚੀਜ਼ਾਂ ਇੰਪੋਰਟ ਕਰਦਾ ਹੈ, ਗੁਜਰਾਂਵਾਲਾ ਤੋਂ ਰਾ ਮਟੀਰੀਅਲ ਜਾਂਦਾ ਹੈ, ਉਹ ਚੀਜ਼ਾਂ ਬਣਾਉਂਦੇ ਨੇ ਤੇ ਐਕਸਪੋਰਟ ਕਰ ਦਿੰਦੇ ਨੇ। ਅਗਰ ਤੁਸੀਂ ਉਹਨਾਂ ਦੀ ਵੈਲਿਊ ਐਡੀਸ਼ਨ ਵੇਖੋਗੇ ਤੇ ਉਹ ਸ਼ਾਇਦ 100% ਹੋਏ, ਲੇਕਿਨ ਉਹ ਇੰਪੋਰਟ ਸਬਸਟੀਟਿਊਸ਼ਨ ਦੇ ਨਾਮ ਦੇ ਉੱਤੇ ਕੁਝ ਵੀ ਨਹੀਂ ਦਿੰਦੇ। ਲੌਂਗ ਟਰਮ ਨਹੀਂ ਸੀ ਸੋਚਦੇ, ਅਸੀਂ ਸ਼ਾਰਟ ਟਰਮ ਸੋਚਨੇ ਆ। ਬਾਬੂ ਸਾਨੂੰ ਜੋ ਕਹਿੰਦੇ ਨੇ ਕਿ ਇਹ ਬੰਦ ਕਰ ਦਿਓ ਤੇ ਇਹ ਚਲਾ ਦਿਓ, ਉਸ ਹਿਸਾਬ ਦੇ ਨਾਲ ਪਾਲਿਸੀਆਂ ਉੱਥੇ ਬਣਦੀਆਂ ਪਈਆਂ ਨੇ। ਜਦੋਂ ਤੱਕ ਅਸੀਂ ਕੰਪੈਟੀਟਿਵ ਨਹੀਂ ਹੋਵਾਂਗੇ, ਸਾਡਾ ਐਕਸਪੋਰਟਰ ਐਕਸਪੋਰਟ ਨਹੀਂ ਕਰ ਪਾਏਗਾ, ਟੈਕਸਟਾਈਲ ਵੇਚ ਨਹੀਂ ਪਾਏਗਾ, ਫਿਰ ਤੁਸੀਂ ਨਵੀਂ ਚੀਜ਼ਾਂ ਨੂੰ ਇੰਟਰੋਡਿਊਸ ਕਰਵਾਓ। ਇੱਥੇ ਇੰਪੋਰਟ ਸਬਸਿਡੀ ਦੇ ਕੇ ਇੱਥੇ ਫੈਕਟਰੀਆਂ ਜ਼ਿਆਦਾ ਤੋਂ ਜ਼ਿਆਦਾ ਲਗਵਾਓ ਜੀ, ਤਾਂ ਕਿ ਜੌਬ ਕ੍ਰੀਏਸ਼ਨ ਹੋਏ, ਤੁਹਾਡਾ ਇੰਪੋਰਟ ਦਾ ਬਿੱਲ ਘੱਟ ਹੋਏ, ਉਹੀ ਚੀਜ਼ਾਂ ਫਿਰ ਤੁਹਾਡੀ ਇੱਥੇ ਐਕਸਪੋਰਟ ਹੋਣਗੀਆਂ। ਸਾਡਾ ਬਿਜ਼ਨਸਮੈਨ ਕਹਿੰਦਾ ਜੀ ਮੈਂ ਘਰ ਬੈਠਿਆ, ਚੈਂਬਰ ਦਾ ਸੱਦਰ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਬਜਟ 'ਚ ਗਲਤੀ ਹੈ। ਭਾਈ ਤੁਸੀਂ ਸਾਡੇ ਕੋਲ ਟੁਰ ਕੇ ਆਓ, ਸਾਨੂੰ ਆਪਣੀ ਕੰਪਲੇਂਟ ਦੱਸੋ, ਅਸੀਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ, ਉੱਥੇ ਜਾ ਕੇ ਤੁਹਾਡੀ ਪ੍ਰੈਜੈਂਟੇਸ਼ਨ ਦੇਵਾਂਗੇ, ਤੁਹਾਡੇ ਵਾਸਤੇ ਆਵਾਜ਼ ਉਠਾਵਾਂਗੇ। ਲੇਕਿਨ ਤੁਸੀਂ ਸਾਨੂੰ ਆ ਕੇ ਦੱਸੋਗੇ ਨਹੀਂ, ਸਾਨੂੰ ਪ੍ਰੋਬਲਮ ਦਾ ਪਤਾ ਹੀ ਨਹੀਂ ਲੱਗੇਗਾ। ਗੁਜਰਾਂਵਾਲਾ ਦੇ ਵਿੱਚ 34 ਮੁਖਤਲਿਫ ਇੰਡਸਟਰੀਆਂ ਨੇ, ਟੈक्सटाइल है, राइस है, सैनिटरी फिटिंग है, सिरामिक्स है, मेटल प्रोसैसिंग है, फिर फैन इंडस्ट्री है। तार को 34 क्लस्टर होंदे ਤੁਸੀਂ ਇੱਕਦਮ ਨਾਲ ਤੁਸੀਂ ਉਹਦੇ ਮਾਸਟਰ ਨਹੀਂ ਹੋ ਸਕਦੇ। ਗਵਰਨਮੈਂਟ ਨੂੰ ਸਬਸਿਡਾਈਜ਼ ਕਰਨਾ ਚਾਹੀਦਾ ਹੈ, ਪੈਟਰੋਲ ਦੀ ਪ੍ਰਾਈਸਿਸ ਨੂੰ ਲੋਕਾਂ ਨੂੰ ਰਿਲੀਫ ਦੇਣਾ ਚਾਹੀਦਾ ਹੈ। ਉਹਨਾਂ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਨਾ ਜੀ, ਅਸੀਂ ਤਾਂ ਨਹੀਂ ਕਰ ਸਕਦੇ। ਜੀ ਜੀ, ਦੇਖੋ ਈਰਾਨ ਦੇ ਨਾਲ ਅਗਰ ਈਰਾਨ ਦੇ ਰਸਤੇ ਤੁਹਾਨੂੰ ਪੈਟਰੋਲ ਸਸਤਾ ਮਿਲਦਾ ਹੈ ਤੁਸੀਂ ਕਿਉਂ ਨਹੀਂ ਲੈਂਦੇ? ਤੁਸੀਂ ਇਹ अपॉर्चुनिटी मिस ਕੀਤੀ ਤੇ ਵਨਸ ਇਨ ਅ ਲਾਈਫ ਟਾਈਮ। ਹਾਂ, ਕਿਉਂਕਿ ਦੇਖੋ UAE ਅੰਡਰ ਪ੍ਰੈਸ਼ਰ ਹੈ, ਈਰਾਨ ਅੰਡਰ ਪ੍ਰੈਸ਼ਰ ਹੈ, ਅਫਗਾਨਿਸਤਾਨ ਤੁਹਾਡਾ ਬਾਰਡਰ ਆਲਰੇਡੀ ਗਰਮ ਹੈ, ਈਰਾਨ ਦੇ ਨੇ ਤੁਸੀਂ ਨਾਲ ਖੜੇ ਹੋਏ ਹੋ। ਐਸੇ ਵਿੱਚ ਖਾਰਜਾ ਪਾਲਿਸੀ ਦੇ ਵਿੱਚ ਪਾਕਿਸਤਾਨ ਵਾਸਤੇ ਕੁਛ ਨਾ ਕੁਛ ਨਿਕਲਣਾ ਚਾਹੀਦਾ। तेरी मां बोली है भी वाह, कखा वांग ना रोल पंजाबी, पढ़ पंजाबी, लिख पंजाबी, गैरतमंदा बोल पंजाबी। पंजाबी मिठियो, देश पंजाब दे सारे रंग वेखण वास्ते हुणे ही मेला न्यूज़ TV सबसक्राइब करो ते फिर वेखो मेला। बिस्मिल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। प्यारिओ, तुहानूं पता है कि नवा माली साल शुरू होने वाला है ते इस ही महीने जून के महीने तो साडे प्यारे देश का माली साल शुरू होंदा है ते जून के महीने दे विच ही साडा कौमी मीज़ानिया, साडा नैशनल बजट जिहड़ा वो भी साडे हुक्मरान साडी गौरमेंट अनाउंस करदी है। बजट की हुंदा है प्यारिओ, तुहानूं सारिआं नूं पता ही है भी पूरे साल दे विच कारोबार सल्तनत साडे हुक्मरानां ने किवें चलाना है,
ਕਿੱਥੋਂ ਕਿੱਥੋਂ ਆਮਦਨੀਆਂ ਲੈਣੀਆਂ ਨੇ ਤੇ ਕਿੱਥੇ ਕਿੱਥੇ ਅਖਰਾਜਾਤ ਕਰਨੇ ਨੇ। ਉਹਦੇ ਵਿੱਚ ਹਮਾ ਕਿਸਮ ਦੇ ਅਖਰਾਜਾਤ ਵੀ ਹੁੰਦੇ ਨੇ ਔਰ ਟੈਕਸਿਸ ਦੇ ਨਾਲ ਔਰ ਪਿਆਰਿਓ ਕਰਜ਼ਿਆਂ ਦੇ ਨਾਲ ਸਾਡੇ ਹੁਕਮਰਾਨ ਦੇਸ਼ ਦਾ ਖਜ਼ਾਨਾ ਭਰਦੇ ਨੇ। ਸਾਡਾ ਸ਼ਹਿਰ ਗੁਜਰਾਂਵਾਲਾ ਹੁਨਰਮੰਦਾਂ ਦੀ ਸਰਜ਼ਮੀਨ ਅਖਵਾਉਂਦਾ ਹੈ। ਉਹਦੀ ਬੁਨਿਆਦੀ ਵਜ੍ਹਾ ਇਹ ਵੇ ਕਿ ਸਨਅਤੇ ਬਰਤਨ ਸਾਜ਼ੀ, ਪੰਖਾ ਸਾਜ਼ੀ, ਸਰਾਮਿਕਸ ਇੰਡਸਟਰੀ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਨਅਤਾਂ, ਬਹੁਤ ਸਾਰੇ ਕਾਰਖਾਨੇ, ਬਹੁਤ ਸਾਰੇ ਫੈਕਟਰੀਜ਼ ਜਿਹੜੀਆਂ ਨੇ ਉਹ ਸਾਡੇ ਗੁਜਰਾਂਵਾਲਾ ਦੇ ਵਿੱਚ ਦਿਨ ਰਾਤ ਮੁਲਕੋ ਕੌਮ ਦੀ ਮਈਸ਼ਤ ਨੂੰ ਮੁਸਤਹਕਮ ਕਰਨ ਦੇ ਵਿੱਚ ਸਰਗਰਦਾਨ ਨੇ। ਸਨਅਤੀ ਮਜ਼ਦੂਰਾਂ ਨੂੰ ਰਿਜ਼ਕ ਮਿਲਦਾ ਹੈ। ਕਾਰਖਾਨੇਦਾਰ ਮੁਲਕੀ ਖਜ਼ਾਨਿਆਂ ਦੇ ਵਿੱਚ ਭਾਰੀ ਟੈਕਸਿਸ ਵੀ ਜਮ੍ਹਾਂ ਕਰਾਉਂਦੇ ਨੇ ਜਿਹੜੇ ਸਾਡੀ ਹਕੂਮਤ ਦੀ ਆਮਦਨੀ ਦਾ ਬਾਇਸ ਬਣਦੇ ਨੇ। ਪਿਆਰਿਓ, ਗੁਜਰਾਂਵਾਲਾ ਪਾਕਿਸਤਾਨ ਦੀਆਂ ਬਰਾਮਦਾਤ ਦੇ ਵਿੱਚ ਵੀ ਬੜਾ ਭਰਵਾਂ ਹਿੱਸਾ ਪਾਉਂਦਾ ਹੈ। ਸਾਡੇ ਸ਼ਹਿਰ ਗੁਜਰਾਂਵਾਲੇ ਦੀਆਂ ਬਹੁਤ ਸਾਰੀਆਂ ਮਸਨੂਆਤ ਦੁਨੀਆ ਭਰ ਦੇ ਵਿੱਚ ਜਾਂਦੀਆਂ ਨੇ। ਸਾਡਾ ਆਇੰਦਾ ਵਫਾਕੀ ਮੀਜ਼ਾਨੀਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਸਾਡੇ ਗੁਜਰਾਂਵਾਲਾ ਦੇ ਸਨਅਤਕਾਰਾਂ ਦੇ ਸਰਬਰਾਹ, ਉਹਨਾਂ ਦੇ ਨੁਮਾਇੰਦੇ, ਗੁਜਰਾਂਵਾਲਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਮੁਹਤਰਮ ਸਦਰ ਜਨਾਬ ਅਲੀ ਹਮਾਇਓ ਬੱਟ, ਜਿਹੜੇ ਕਿ ਖੁਦ ਬਹੁਤ ਵੱਡੇ ਐਕਸਪੋਰਟਰ ਵੀ ਨੇ ਔਰ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਬਹੁਤ ਵੱਡੇ ਸਨਅਤਕਾਰ ਵੀ ਨੇ, ਸਾਡੇ ਨਾਲ ਮੌਜੂਦ ਨੇ। ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਨੇ ਆ ਤੇ ਉਹਨਾਂ ਤੋਂ ਪੁੱਛਨੇ ਆ ਕਿ ਉਹਨਾਂ ਨੇ ਸਾਡੇ ਹੁਕਮਰਾਨਾਂ ਨੂੰ, ਸਾਡੇ ਵਜ਼ੀਰ ਆਜ਼ਮ ਸਾਹਿਬ ਨੂੰ, ਸਾਡੇ ਵਜ਼ੀਰ ਖਜ਼ਾਨਾ ਨੂੰ ਆਇੰਦਾ ਵਫਾਕੀ ਮੀਜ਼ਾਨੀਆ ਜਿਹੜਾ ਕਿ ਆ ਰਿਹਾ ਹੈ ਉਹਦੇ ਵਾਸਤੇ ਕੀ ਤਜਾਵੀਜ਼ ਦਿੱਤੀਆਂ ਨੇ। ਗੁਜਰਾਂਵਾਲਾ ਦੀਆਂ ਸਨਅਤਾਂ ਦੀ ਤਰੱਕੀ ਦੇ ਵਾਸਤੇ ਉਹਨਾਂ ਕਿਹੜੀਆਂ ਆਰਾ ਵਜ਼ੀਰ ਆਜ਼ਮ ਸਾਹਿਬ ਦੇ ਨਾਲ ਮੁਲਾਕਾਤ ਦੇ ਦੌਰਾਨ ਉਹਨਾਂ ਦੇ ਹਜ਼ੂਰ ਪੇਸ਼ ਕੀਤੀਆਂ ਨੇ। ਇਸ ਤੋਂ ਇਲਾਵਾ ਗੁਜਰਾਂਵਾਲਾ ਦੀ ਆਵਾਮ, ਗੁਜਰਾਂਵਾਲਾ ਦੇ ਵਿੱਚ ਹੋਣ ਵਾਲੇ ਤਰੱਕੀਆਤੀ ਕੰਮਾਂ ਬਾਰੇ ਉਹ ਕੀ ਚਾਹੁੰਦੇ ਨੇ ਕਿ ਆਇੰਦਾ ਬਜਟ ਦੇ ਵਿੱਚ ਸਾਡੇ ਹੁਕਮਰਾਨ ਗੁਜਰਾਂਵਾਲੇ ਨੂੰ ਕਿੰਨਾ ਹਿੱਸਾ ਦੇਣ ਤੇ ਗੁਜਰਾਂਵਾਲਾ ਦੇ ਵਾਸਤੇ, ਗੁਜਰਾਂਵਾਲਾ ਦੇ ਆਵਾਮ ਦੇ ਵਾਸਤੇ, ਗੁਜਰਾਂਵਾਲਾ ਦੇ ਸਨਅਤਕਾਰਾਂ ਦੇ ਵਾਸਤੇ ਸਾਡੇ ਹੁਕਮਰਾਨ ਕੀ ਕੁਝ ਕਰਨ। ਆਓ ਤੁਹਾਨੂੰ ਇਹ ਸਾਰੀਆਂ ਗੱਲਾਂ, ਇਹ ਸਾਰੇ ਸਵਾਲਾਤ ਜਿਹੜੇ ਨੇ ਇਹਨਾਂ ਦੇ ਜਵਾਬਾਤ ਅਲੀ ਹਮਾਇਓ ਬੱਟ ਸਾਹਿਬ ਹੋਰਾਂ ਦੀ ਜ਼ੁਬਾਨੀ ਉਹਨਾਂ ਦੇ ਮੂੰਹੋਂ ਸੁਣਵਾਨੇ ਆ। अस्सलाम वालेकुम जी बार साहब। वालेकुम सलाम। डॉक्टर साहब कैसे हैं? बड़ी मेहरबानी जी, अल्लाह पाक दा एहसान है। तुसी सुनाओ बार जी साहब। अल्लाह दा बड़ा शुक्र जी। बड़ा माशाअल्लाह तुहानू अल्लाह पाक ने कामयाबी दित्ती। तुसां कराची दे विच जाके गुजरांवाला दीयां जड़ियां मसनूआत ने मेड इन गुजरांवाला, जी अल्हम्दुलिल्लाह। ओदी एक बड़ी वड्डी माशाअल्लाह एग्जीबिशन तुसी लाई और बड़ी कामयाब रही। अल्हम्दुलिल्लाह। गुजरांवाला दीयां सनतां जड़ियां ने जी उन्हां दा बड़ा भरपूर तारफ होया पूरा कंट्री वाइड भी और बाहर भी, बाहर अब्रॉड भी गईयां ये खबरां। तुसी ये दसो सर कि बजट सिर ते वे आउण वाला बजट, पहले तो एक सनअतकार होने के नाते और एक सनअतकार जिहड़े साडे दोस्त ने उन्हां दे नुमाइंदा, उन्हां दे तर्जमान होने के नाते तुसी ये दसो कि आइंदा वफाकी बजट दे विच गुजरांवाला दीयां जिहड़ियां सनअतां ने जी जी उन्हां वास्ते तुसी की तजवीज़ां वज़ीर आज़म साहब नूं दित्तियां ने? जी बिस्मिल्लाहिर्रहमानिर्रहीम। जी डॉक्टर साहब तुहाडा बहुत शुक्रिया, तुसीं तशरीफ ले आए। जी सब तो पहले मैं समझना कि सानू आर्मी चीफ नू, प्राइम मिनिस्टर पाकिस्तान नू मियां शहबाज शरीफ साहब नू मुबारकबाद पेश करनी चाहिए जी कि पिछले 2 साल च उन्होंने एफर्ट करके इकोनॉमी नू एक स्टेबल पोजीशन दे उत्ते लैंदा। जी अलहमदुलिल्लाह अज पाकिस्तान दी ना डिफॉल्ट दी पोजीशन है ते ना वो हालात ने जे नामसाद पहले सन जेह्ड़े बिजनेस कम्यूनिटी नू चलन नहीं सन दिंदे पे। जी अलहमदुलिल्लाह हुण असीं एक स्टेबल पोजीशन दे उत्ते आ गए ते ए बजट को साडी एक्सपैक्टेशन है कि यह सानू हुण राइज़ा लैके जाएगा इंशाअल्लाह ताला। असीं तजावीज़ दित्तियां ने गौरमेंट नू कि एक इंडस्ट्रीयल पॉलिसी लियाई जाए जेह्ड़ी कम अज़ कम 10 साल वास्ते होए कि इंडस्ट्रीयलिस्ट नू पता होए कि अगले 10 साल वास्ते मैं जेह्ड़ी इंडस्ट्री लाना पिया मेरे ते टैक्स रेट की होएगा, मेरी इंडस्ट्री दी इलैक्ट्रिसिटी दी कॉस्ट की होएगी, अगों जी चेंजिज होंगियां किस तरह ग्रैजुअली मैनू इफेक्ट करनियां जी, इंटरस्ट रेट की होएगा, ये बड़ी चीज़ां मैं नहीं रखदियां ने जी। अज कोई इंडस्ट्रीयलिस्ट इंडस्ट्री लान जाता उन्होंने वही नहीं पता कि अगले साल मिनी बजट आ जाना है, इस साल मिनी बजट आ जाना है, उसके बाद अगले साल के बजट टैक्सेशन चेंज हो जानी है जी जेह्ड़ी मैं
ਇਨਵੈਸਟਮੈਂਟ ਸਮਝਣਾ ਕਿ ਮੇਰੀ 5 ਸਾਲ ਵਿੱਚ ਪੂਰੀ ਹੁੰਦੀ ਹੈ ਅੱਜ ਦੇ ਬਜਟ ਦੇ ਹਵਾਲੇ ਦੇ ਨਾਲ। ਅਗਰ ਕੋਈ ਅਗਲੇ ਸਾਲ ਚੇਂਜ ਆਉਂਦੀ ਉਹ 25 ਸਾਲ ਤੇ ਜਾ ਪੈਂਦੀ ਜੀ ਤੇ ਫਿਰ ਉਹ ਬਿਜ਼ਨਸਮੈਨ ਬਿਜ਼ਨਸ ਨਹੀਂ ਕਰੇਗਾ। ਉਹਦੇ ਵਾਸਤੇ ਅਸੀਂ ਰਿਕੁਐਸਟ ਕੀਤੀ ਹੈ PM ਸਾਹਿਬ ਨੂੰ ਕਿ ਕੋਈ ਕਮ ਸੇ ਕਮ 10 ਸਾਲ ਦੀ ਇੰਡਸਟਰੀਅਲ ਪਾਲਿਸੀ ਸਾਨੂੰ ਦਿੱਤੀ ਜਾਏ, ਜੇ ਇੰਡਸਟਰੀਜ਼ ਨੂੰ ਪਤਾ ਹੋਏ ਕਿ ਯਾਰ ਮੇਰੇ ਤੇ ਟੈਕਸੇਸ਼ਨ ਇਸ ਤਰ੍ਹਾਂ ਹੋਏਗੀ, ਮੈਨੂੰ ਇੰਟਰਸਟ ਰੇਟ ਹੈ ਲੱਗੇਗਾ, ਮੇਰੇ ਡਾਲਰ ਪ੍ਰਾਈਸਿਸ ਹੈ ਹੋਣਗੀਆਂ, ਤਾਂ ਕਿ ਉਹ ਆਪਣੀ ROI ਨੂੰ ਕੈਲਕੂਲੇਟ ਕਰ ਸਕੇ। ਅੱਛਾ ਭੱਟ ਸਾਹਿਬ, ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਕਿ ਬਜਟ ਇੱਕ ਤੇ ਸਾਲਾਨਾ ਸਾਨੂੰ ਦਿੰਦੀ ਹੈ ਸਾਡੀ ਗਵਰਨਮੈਂਟ। ਜੀ ਜੀ ਇਹ ਜਿਹੜੇ ਮਿਨੀ ਬਜਟ ਵਿੱਚ ਆਉਂਦੇ ਰਹਿੰਦੇ ਨੇ ਉਹਦੇ ਨਾਲ ਸਰ ਜਿਹੜੀਆਂ ਮਸਨੂਆਤ ਸਾਡੀਆਂ ਹੁੰਦੀਆਂ ਨੇ ਜੀ ਜੀ ਉਹਨਾਂ ਦੇ ਉੱਤੇ ਹੀ ਸਾਰੇ ਐਕਸਪੈਂਸਿਸ ਪੈਂਦੇ ਨੇ, ਉਹ ਮਹਿੰਗੀਆਂ ਹੋ ਜਾਂਦੀਆਂ ਨੇ। ਆਲਮੀ ਮੰਡੀਆਂ ਦੇ ਵਿੱਚ ਸਾਡਾ ਐਕਸਪੋਰਟਰ ਜਿਹੜਾ ਨਾ ਜੀ ਉਹ ਫਿਰ ਤਕਾਬੁਲ ਨਹੀਂ ਕਰ ਸਕਦਾ। ਐਸੀ ਗੱਲ ਦੂਸਰੇ ਮੁਲਕਾਂ ਦੀਆਂ ਜਿਹੜੀਆਂ ਆਈਆਂ ਹੁੰਦੀਆਂ ਨੇ ਮਸਨੂਆਤ ਉਹ ਸਾਡੇ ਨਾਲੋਂ ਸਸਤੀਆਂ ਹੁੰਦੀਆਂ ਨੇ। ਜੀ ਜੀ ਸਾਡੇ ਤੇ ਹਰ ਮਹੀਨੇ ਬਾਅਦ ਪੈਟਰੋਲ ਦੀ ਕੀਮਤ ਵੱਧ ਜਾਂਦੀ ਹੈ, ਕਦੀ ਬਿਜਲੀ ਦੀ ਕੀਮਤ ਵੱਧ ਜਾਂਦੀ ਹੈ, ਕਦੀ ਕੋਈ ਹੋਰ ਦੀਗਰ ਮਦਦਾਤ ਦੇ ਵਿੱਚ ਸਾਡੀ ਗਵਰਨਮੈਂਟ ਜਿਹੜੀ ਹੈ ਨਾ ਜੀ ਉਹ ਟੈਕਸਿਸ ਲਾਂਦੀ ਰਹਿੰਦੀ ਹੈ। ਜੀ ਜੀ ਉਹਦਾ ਅਸਰ ਇੰਡਸਟਰੀ ਤੇ ਵੀ ਬੜਾ ਪੈਂਦਾ ਹੈ ਔਰ ਗਰੀਬ ਆਦਮੀ ਤੇ ਪਿਸ ਹੀ ਗਿਆ ਹੈ। NGO ਇਹ ਤੁਸੀਂ ਜਿਹੜੀਆਂ ਸੁਜੈਸ਼ਨਸ ਦਿੱਤੀਆਂ ਨੇ ਕਿ ਇੱਕ ਲੌਂਗ ਟਰਮ ਬਣਾਈ ਜਾਏ ਪਾਲਿਸੀ ਜੀ ਜੀ ਔਰ ਬਜਟ ਮੁਸਤਹਕਮ ਰੱਖਿਆ ਜਾਏ, ਜੀ ਜੀ। ਉਹਦੇ ਵਿੱਚ ਇਰੈਗੂਲੈਰਿਟੀ ਨਾ ਆਵੇ, ਜੀ। ਤੇ ਕਿਆ ਵਜ਼ੀਰ ਆਜ਼ਮ ਸਾਹਿਬ ਨੇ ਫਿਰ ਤੁਹਾਨੂੰ ਯਕੀਨ ਦਵਾਇਆ ਕਿ ਇਨਸ਼ਾਅੱਲਾ? ਜੀ ਅਲਹਮਦੁਲਿਲਾ। ਉਹ ਪ੍ਰੋਬਲਮ ਸਾਡਾ ਡਾਕਟਰ ਸਾਹਿਬ ਹੈ ਵੇ ਕਿ ਅਸੀਂ ਜਿਹੜੀ ਪਿਛਲੀ ਪਾਲਿਸੀਆਂ ਨੇ ਨਾ ਉਹਨਾਂ ਦੀ ਵਜ੍ਹਾ ਤੋਂ IMF ਦੇ ਕਰਜ਼ੇ ਦੇ ਵਿੱਚ ਫਸੇ ਹੋਏ ਹਾਂ। ਅੱਛਾ ਗਵਰਨਮੈਂਟ ਰਿਲੀਫ ਦੇਣਾ ਚਾਹੁੰਦੀ ਹੈ ਲੇਕਿਨ ਗਵਰਨਮੈਂਟ ਦੇ ਵੀ ਹੱਥ ਕਿਸੇ ਹੱਦ ਤੱਕ ਬੰਨੇ ਹੋਏ ਨੇ। ਜੀ ਦੇਖੋ ਸੁਪਰ ਟੈਕਸ ਹੋਏ, ਟਰਨਓਵਰ ਟੈਕਸ ਹੋਏ, ਜਾਂ ਜੇ ਤੁਸੀਂ ਮਿਨੀ ਬਜਟ ਕਹਿੰਦੇ ਹੋ, ਇਹਨੇ ਜੇ ਟੈਕਸੇਸ਼ਨ ਆਉਂਦੀ ਐਟ ਦੀ ਐਂਡ ਉਹਦਾ ਇੰਪੈਕਟ ਤੇ ਆਮ ਆਦਮੀ ਦੀ ਜ਼ਿੰਦਗੀ ਤੇ ਆਉਂਦਾ। ਬਿਲਕੁਲ। ਦੇਖੋ ਮੈਂ ਕੋਈ ਚੀਜ਼ ਅਗਰ ਬਣਾਉਣਾ, ਮੇਰੀ ਕਾਸਟ ਵੱਧਦੀ ਹੈ, ਮੈਂ ਉਹਨੂੰ ਕਾਸਟ ਦਾ ਹਿੱਸਾ ਬਣਾ ਕੇ ਤੇ ਆਪਣੀ ਸੇਲ ਪ੍ਰਾਈਸ ਨੂੰ ਇਨਕਰੀਜ਼ ਕਰ ਲਾਂਗਾ। ਉਹ ਸੇਲ ਕਿਹਨੂੰ ਕਰਾਂਗਾ? ਮੈਂ ਆਮ ਆਦਮੀ ਨੂੰ ਕਰਾਂਗਾ। ਜੀ ਇਫੈਕਟ ਉਹਦੀ ਜ਼ਿੰਦਗੀ ਦੇ ਉੱਤੇ ਆਉਂਦਾ ਹੈ। ਜਦ ਉਹਦੀ ਬਾਇੰਗ ਪ੍ਰਾਈਸ ਖਤਮ ਹੋ ਜਾਏਗੀ तो चीज़ लेना बंद कर देगा, मेरी इंडस्ट्री स्लो होना शुरू होएगी। आखिरकार की होएगा कि 5 चलदियां पई ने 2 चलन लग पैणगीਆਂ। सर ਇਹੀ ਅਸੀਂ ਸੁਜੈਸਟ ਕੀਤਾ ਹੈ ਤੇ ਗਵਰਨਮੈਂਟ ਨੇ ਇਹਦੇ ਗੌਰ ਵੀ ਕਰਦੀ ਪਈ ਹੈ ਤੇ ਗਵਰਨਮੈਂਟ ਨੇ ਸਾਨੂੰ ਅਸ਼ੋਰ ਵੀ ਕੀਤਾ ਕਿ ਇਨਸ਼ਾਅੱਲਾ ਉਹ ਹੁਣ ਨਹੀਂ ਤੇ ਸ਼ਾਇਦ ਅਗਲੇ ਸਾਲ ਦੇ ਵਿੱਚ ਸਾਨੂੰ ਲੌਂਗ ਟਰਮ ਬਿਜ਼ਨਸ ਪਾਲਿਸੀ, ਇੰਡਸਟਰੀਅਲ ਪਾਲਿਸੀ ਦੇ ਦੇਣ। ਤੁਹਾਨੂੰ ਪਤਾ ਹੈ ਕਿ ਅਸੀਂ ਪਿਛਲੀ 2-3 ਸਾਲਾਂ ਦੀ ਖਰਾਬ ਗਵਰਨੈਂਸ ਤੋਂ ਨਿਕਲ ਕੇ ਆਏ ਹਾਂ ਜੀ। ਤੁਹਾਨੂੰ ਪਤਾ ਹੋਏਗਾ ਕਿ ਆਰਮੀ ਚੀਫ ਸਾਹਿਬ ਦੀ, ਉਹਦੇ ਬਾਅਦ ਤੋਂ ਸਾਡੇ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦੀ ਬੜੀ ਐਫਰਟਸ ਰਹੀਆਂ ਨੇ ਇਕਨੋਮੀ ਨੂੰ, ਕਿਤੇ ਅਸੀਂ ਦੀਵਾਲੀਆ ਹੋਣੇ ਪਏ ਸਾਂ, ਕਿਤੇ ਅਲਹਮਦੁਲਿਲਾ ਅਸੀਂ ਸਟੇਬਲ ਪੋਜੀਸ਼ਨ ਤੇ ਆਏ ਹਾਂ। ਤੇ ਇਨਸ਼ਾਅੱਲਾ ਇਹ ਬਜਟ ਸਾਡੀ ਐਕਸਪੈਕਟੇਸ਼ਨ ਹੋਏਗੀ ਕਿ ਰਾਈਜ਼ ਦਾ ਸਾਲ ਹੋਏਗਾ, ਕਿ ਪਾਕਿਸਤਾਨ ਇਨਸ਼ਾਅੱਲਾ ਤਰੱਕੀ ਕਰੇਗਾ। ਇਹ ਬਜਟ ਸਨਅਤਾਂ ਵਾਸਤੇ ਬੜਾ ਅੱਛਾ ਹੋਏਗਾ ਤੇ ਜਿਹਦਾ ਸਾਨੂੰ ਅਸ਼ੋਰ ਵੀ ਕੀਤਾ ਗਿਆ। ਲੇਕਿਨ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਆਲਰੇਡੀ IMF ਦੇ ਕਰਜ਼ੇ ਦੇ ਥੱਲੇ ਵੇ ਜੀ। ਉਹ ਸਾਡੀ ਖਰਾਬ ਪ੍ਰੀਵੀਅਸ ਪਾਲਿਸੀਆਂ ਨੇ ਜਿਹੜੀਆਂ, ਉਹਦੀ ਵਜ੍ਹਾ ਤੋਂ ਅਸੀਂ ਪਿਸਨੇ ਪਏ ਹਾਂ ਤੇ ਅਸੀਂ ਉਮੀਦ ਕਰਨੇ ਆ ਕਿ ਇਹ IMF ਦਾ ਬਜਟ ਆਖਰੀ ਹੋਏਗਾ ਤੇ ਅਗਲੇ ਸਾਲ ਤੋਂ ਸਾਡਾ ਜਿਹੜਾ IMF ਤੋਂ ਸਾਡੀ ਜਾਨ ਵੀ ਛੁੱਟ ਜਾਏਗੀ ਤੇ ਸਾਡੀ ਗਵਰਨਮੈਂਟ ਦੀ ਵੀ ਜਾਨ ਛੁੱਟੇਗੀ, ਆਮ ਆਦਮੀ ਦੀ ਜਾਨ ਵੀ ਛੁੱਟੇਗੀ, ਇੰਡਸਟਰੀ ਵੀ ਗਰੋ ਕਰੇਗੀ। ਦੇਖੋ ਕੋਈ ਵੀ ਅਗਰ ਚੀਜ਼ ਮਹਿੰਗੀ ਹੁੰਦੀ ਹੈ, ਪੈਟਰੋਲ ਪ੍ਰਾइस ਇੰਟਰਨੈਸ਼ਨਲ ਪ੍ਰਾइस ਹੈ, ਇੰਟਰਨੈਸ਼ਨਲ ਪ੍ਰਾइस ਚੜਨੀ ਹੈ, ਗਵਰਨਮੈਂਟ ਨੇ ਉਹਨੂੰ ਇੰਪਲੀਮੈਂਟ ਕਰਨਾ ਕਿਉਂਕਿ ਤੁਹਾਡੀ ਡੇਲੀ ਇੰਪੋਰਟ ਹੈ। ਲੇਕਿਨ ਗਵਰਨਮੈਂਟ ਇੱਕ EV ਪਾਲਿਸੀ ਲੈ ਕੇ ਆਂਦੀ ਪਈ ਹੈ ਜਿਹਦੇ ਵਿੱਚ ਇਲੈਕਟ੍ਰਿਕ ਕਾਰਸ ਦਾ ਯੂਜ਼ੇਜ ਵਧੇਗਾ। ਇਲੈਕਟ੍ਰਿਕ ਕਾਰ ਦਾ ਯੂਜ਼ੇਜ ਵਧਣ ਨਾਲ ਫਿਊਲ ਕੰਜ਼ੰਪਸ਼ਨ ਤੁਹਾਡੀ ਘੱਟ ਹੋਣੀ ਸ਼ੁਰੂ ਹੋ ਜਾਏਗੀ। ਉਹ ਮੇਰਾ ਖਿਆਲ ਹੈ ਕਿ ਸਾਡਾ ਇੰਪੋਰਟ ਬਿੱਲ ਅਗਰ EV ਪਾਲਿਸੀ ਸਾਡੀ ਇੰਪਲੀਮੈਂਟ ਹੋ ਜਾਂਦੀ ਤੇ ਸਾਡਾ ਇੰਪੋਰਟ ਬਿੱਲ ਸ਼ਾਇਦ 30 ਤੋਂ 40% ਘੱਟ ਹੋ ਜਾਵੇ। ਐਕਸਪੈਕਟੇਸ਼ਨ ਨੇ ਸਾਡੀ। ਦੇਖੋ ਹੁਣ ਗਵਰਨਮੈਂਟ ਉਹਨੂੰ ਇੰਪਲੀਮੈਂਟ ਕਰਦੀ ਹੈ ਇਸ ਬਜਟ ਵਿੱਚ ਕਿ ਨਹੀਂ ਕਰਦੀ। ਸਾਡੀ ਸੁਜੈਸ਼ਨ ਸੀ ਕਿ ਤੁਸੀਂ EV ਪਾਲਿਸੀ ਲੈ ਕੇ ਆਓ। ਵੱਡੀ ਇੰਡਸਟਰੀਆਂ ਦੇ ਉੱਤੇ ਤੁਸੀਂ ਸੁਪਰ ਟੈਕਸ ਦੇ ਨਾਮ ਦੇ ਉੱਤੇ ਇੱਕ ਟੈਕਸ ਲਗਾਇਆ ਹੋਇਆ ਹੈ। ਦੇਖੋ ਪੂਰੀ ਦੁਨੀਆ 'ਚ ਜਿਹੜੀ ਇੰਡਸਟਰੀ ਜ਼ਿਆਦਾ ਕੰਮ ਕਰਦੀ ਹੈ ਗਵਰਨਮੈਂਟ ਉਹਨੂੰ ਸਪੋਰਟ ਕਰਦੀ ਹੈ। ਸਾਡੇ ਇੱਥੇ ਇਹ ਹੋ ਗਿਆ ਕਿ ਜਿਹੜੀ ਇੰਡਸਟਰੀ ਜ਼ਿਆਦਾ ਕੰਮ ਕਰਦੀ ਹੈ ਉਹ ਕਹਿੰਦੇ ਨੇ ਤੂੰ ਜ਼ਿਆਦਾ ਕੰਮ ਕੀਤਾ ਤੂੰ ਜ਼ਿਆਦਾ ਟੈਕਸ ਦੇ। ਇਹ ਨਹੀਂ ਕਰਦੇ ਕਿ ਕੋਈ ਟਾਟਾ ਬਿਰਲਾ ਬਣਨ ਦਈਏ, ਹਾਂ ਉਹਦਾ ਗਲਾ ਦਬਾਉਣ ਦੀ ਕੋਸ਼ਿਸ਼ ਕਰਦੇ। ਇਹ ਸਾਡੀ ਜਿਹੜੀ ਤੁਹਾਨੂੰ ਪਤਾ ਹੈ ਬਿਊਰੋਕ੍ਰੇਸੀ ਹੈ, ਇਹੋ ਜਿਹੀ ਚੀਜ਼ਾਂ ਇੰਟਰੋਡਿਊਸ ਕਰਵਾਉਣੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਟੈਕਸ ਵਸੂਲੀ ਕੀਤੀ ਜਾਵੇ। ਤੁਸੀਂ ਜਿਹੜੇ ਅਨਰਜਿਸਟਰਡ ਬੰਦੇ ਨੇ ਤੁਸੀਂ ਉਹਨਾਂ ਨੂੰ ਟੈਕਸ ਨੈਟ 'ਚ ਲੈ ਕੇ ਆਓ। ਵਾਹ ਬਹੁਤ ਅੱਛਾ। ਜਿਹੜੇ ਆਲਰੇਡੀ ਟੈਕਸ ਪੇਅਰਸ ਨੇ ਉਹਨਾਂ ਦੇ ਉੱਤੇ ਹੀ ਮਜ਼ੀਦ ਬੋਝ ਪਾਣਾ ਜਿਹੜਾ ਉਹਨਾਂ ਨੂੰ ਕਿੰਨਾ ਕੋਈ ਟਵਿਸਟ ਕਰੋ ਨਿਚੋੜੋਗੇ। ਹਾਂਜੀ ਔਰ ਫਿਰ ਸਾਰੇ ਇਸ ਤਰ੍ਹਾਂ ਤੇ ਉਹ ਭੱਜ ਜਾਣਗੇ। ਬਹੁਤ ਜ਼ਿਆਦਾ ਇੰਡਸਟਰੀਲਿਸਟ ਤੁਸੀਂ ਦੇਖਿਆ ਬੰਗਲਾਦੇਸ਼ ਚਲੇ ਗਏ ਨੇ, ਬਾਕੀ ਲੋਕ ਵੀ ਸਰ ਆਪਣਾ ਕਾਰੋਬਾਰ ਸਮੇਟ ਕੇ ਹੋਰਾਂ ਮੁਲਕਾਂ ਵੱਲ ਜਾਣ ਦੀ ਕਰ ਰਹੇ ਨੇ। ਅੱਛਾ ਭੱਟ ਸਾਹਿਬ ਤੁਸੀਂ ਬੜੀ ਪਿਆਰੀ ਗੱਲ ਇੱਕ ਕੀਤੀ ਹੈ
ਕਿ ਫਿਊਲ ਜਿਹੜੀ ਹੈ ਇਹਦੀ ਕੰਜ਼ੰਪਸ਼ਨ ਘਟੇਗੀ ਕਿਉਂਕਿ ਇਲੈਕਟ੍ਰਿਕ ਜਾਂ ਹਾਈਬ੍ਰਿਡ ਗੱਡੀਆਂ ਵੱਲ ਜਾ ਰਹੀ ਹੈ ਗਵਰਨਮੈਂਟ, ਉਧਰ ਜ਼ਿਆਦਾ 92 ਹੁਣ ਗੱਡੀਆਂ ਅੱਗੋਂ ਹੋ ਹੀ ਰਹੀਆਂ ਨੇ। ਹਾਂਜੀ ਇੱਥੇ ਹੁਣ ਦੇਖੋ ਨਾ ਜੀ, ਇੱਕ ਫੇਰ ਨਵੀਂ ਗੱਲ ਹੈ, ਹੋਰ ਰੋਮਰ ਇੱਕ ਸਹੀ ਹੈ, ਪਤਾ ਲੱਗ ਜਾਏਗਾ ਬਜਟ ਆਂਦਾ ਤੇ ਜਿਹੜੀਆਂ ਹਾਈਬ੍ਰਿਡ ਗੱਡੀਆਂ ਨੇ ਜਾਂ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਨੇ ਉਹਨਾਂ ਦੇ ਉੱਤੇ ਸੁਣਿਆ ਕਿ ਗਵਰਨਮੈਂਟ ਮਜ਼ੀਦ ਟੈਕਸ ਲਗਾ ਰਹੀ ਹੈ, ਉਹਨਾਂ ਦੀਆਂ ਕੀਮਤਾਂ 'ਚ ਮਜ਼ੀਦ ਇਜ਼ਾਫਾ ਹੋ ਜਾਏਗਾ। ਹੁਣ ਹਕੂਮਤ ਨੂੰ ਕਿਹਾ ਐਸੇ ਇਕਦਾਮਾਤ ਨਹੀਂ ਕਰਨੇ ਚਾਹੀਦੇ ਵੀ ਇੱਕ ਗਰੀਬ ਆਦਮੀ ਵੀ ਜਿਹੜਾ ਇਲੈਕਟ੍ਰਿਕ ਗੱਡੀ ਲੈ ਲਵੇ ਜਾਂ ਹਾਈਬ੍ਰਿਡ ਗੱਡੀ ਲੈ ਕੇ ਉਹਦੀ ਕੁਵਤੇ ਖਰੀਦ ਦੇ ਮੁਤਾਬਕ ਉਹ ਆਪਣੀ ਗੱਡੀ ਚਲਾ ਸਕੇ, ਉਹਦੇ ਤੇਲ ਦੀ ਕੰਜ਼ੰਪਸ਼ਨ ਘਟ ਜਾਏ, ਉਹਨੂੰ ਕੋਈ ਫਾਇਦਾ ਹੋ ਜਾਏ। ਜਿਸ ਕੰਮ ਵਿੱਚ ਗਰੀਬ ਨੂੰ ਜਾਂ ਆਵਾਮ ਨੂੰ ਫਾਇਦਾ ਹੋਣ ਲੱਗਦਾ ਗਵਰਨਮੈਂਟ ਉਹਦੇ ਤੇ ਟੈਕਸ ਠੋਕ ਦਿੰਦੀ ਹੈ। ਇਹ ਆਵਾਮ ਕੁਛ ਇਕਦਾਮਾਤ ਨਹੀਂ ਹੈਗੇ, ਇਸ ਤਰ੍ਹਾਂ ਕਿਉਂ ਕਰਦੀ ਹੈ ਸਾਡੀ ਹਕੂਮਤ? ਸੋ ਡਾਕਟਰ ਸਾਹਿਬ ਮੇਰਾ ਖਿਆਲ ਹੈ ਕਿ ਇਸ ਮਰਤਬਾ ਜਿਹੜੀ ਈਵੀ ਪਾਲਿਸੀ ਆਂਦੀ ਪਈ ਹੈ ਉਹਦੇ ਵਿੱਚ ਗਵਰਨਮੈਂਟ ਕੀ ਕਰਦੀ ਪਈ ਹੈ, ਲੋਕਲ ਮੈਨੂਫੈਕਚਰ ਨੂੰ ਫਾਇਦਾ ਦਿੰਦੀ ਪਈ ਹੈ ਜੀ, ਤਾਂ ਕਿ ਤੁਸੀਂ ਗੱਡੀਆਂ ਇੰਪੋਰਟ ਕਰੋ ਹੀ ਘੱਟ। ਇਲੈਕਟ੍ਰਿਕ ਗੱਡੀ ਵੀ ਤੁਸੀਂ ਲੈਣੀ ਹੈ ਤੇ ਇੱਥੇ ਸੰਬਲਿੰਗ ਹੋਏ ਤੇ ਨਾਲ ਟੈਕਨੋਲੋਜੀ ਟ੍ਰਾਂਸਫਰ ਹੋਏ। ਅਗਰ ਜਦੋਂ ਤੱਕ ਇਹ ਨਹੀਂ ਹੋਏਗਾ ਤਾਂ ਵੇਖੋ ਤੁਹਾਡੀ 20% ਗੱਡੀਆਂ ਇੱਥੇ ਬਣਦੀਆਂ ਨੇ ਜੀ, 80% ਤੁਹਾਡੀ ਇੰਪੋਰਟ ਹੈ। ਇਹ ਹੋਣਾ ਵਾਈਸ ਵਰਸਾ ਚਾਹੀਦਾ ਸੀ ਕਿ 80% ਗੱਡੀਆਂ ਇੱਥੇ ਬਣਨ, ਲੋਕਲ ਸਨਅਤ ਚੱਲੇ, ਤੇ ਜਿਹੜੀ ਥੋੜੀ ਬਹੁਤ ਕਿਸੇ ਨੂੰ ਜ਼ਿਆਦਾ ਪੈਸੇ ਦਾ ਸ਼ੌਕ ਹੈ, ਜ਼ਿਆਦਾ ਲੈਵਿਸ਼ ਗੱਡੀ ਲੈਣੀ ਹੈ ਤਾਂ ਉਹ ਇੰਪੋਰਟ ਕਰੇ ਜੀ। ਲੇਕਿਨ ਸਾਡੇ ਇੱਥੇ ਮਾਮਲਾ ਦੂਜਾ ਚੱਲਦਾ ਪਿਆ। ਲੇਕਿਨ ਗਵਰਨਮੈਂਟ ਮੇਰਾ ਖਿਆਲ ਹੈ ਇਸ ਪਾਲਿਸੀ ਨੂੰ ਚੇਂਜ ਕਰਨ ਜਾ ਰਹੀ ਹੈ। ਜ਼ਿਆਦਾ ਲੋਕਲ ਮੈਨੂਫੈਕਚਰਿੰਗ ਤੇ ਅਸੈਂਬਲਿੰਗ ਹੋਏਗੀ, ਉਹਦੀ ਵਜ੍ਹਾ ਤੋਂ ਤੁਹਾਡਾ ਇੰਪੋਰਟ ਬਿੱਲ ਜਿਹੜਾ ਗੱਡੀਆਂ ਦਾ ਉਹ ਵੀ ਘਟੇਗਾ, ਇੱਥੇ ਜੌਬ ਕ੍ਰੀਏਸ਼ਨ ਹੋਏਗੀ, ਫਿਊਲ ਕੰਜ਼ੰਪਸ਼ਨ ਘੱਟ ਹੋਏਗੀ। ਇਹ ਸਾਰੀ ਚੀਜ਼ਾਂ ਇਸ ਈਵੀ ਪਾਲਿਸੀ ਦੇ ਵਿੱਚ ਮੇਰਾ ਖਿਆਲ ਹੈ ਇਸ ਸਾਲ ਹੋਣ ਜਾ ਰਹੀਆਂ ਨੇ। ਅਸੀਂ ਬੜੇ ਹੋਪਫੁਲ ਹਾਂ ਡਾਕਟਰ ਸਾਹਿਬ। ਦੇਖੋ ਕਿਸੇ ਦੀ ਐਫਰਟ ਹੀ ਹੁੰਦੀ ਹੈ ਜੀ। ਅਸੀਂ ਆਪਣੇ ਤੌਰ ਦੇ ਉੱਤੇ ਮੇਰਾ ਖਿਆਲ ਹੈ ਸਾਰੇ ਚੈਂਬਰਸ ਅਸੀਂ ਇਕੱਠੇ ਵੀ ਹੁੰਦੇ ਹਾਂ, ਅਸੀਂ ਆਪਣੀ ਗੱਲ ਵੀ ਕਰਨੇ ਆ ਕਿ ਦੇਖੋ ਸੇਲ ਟੈਕਸ ਜ਼ਿਆਦਾ ਆਵੇ, ਇਨਕਮ ਟੈਕਸ ਜ਼ਿਆਦਾ ਆਵੇ, ਅਸੀਂ ਕਾਮੂਲੇਟ ਕਰੀਏ 61% ਅਗਰ ਪ੍ਰੋਫਿਟ ਦੇ ਉੱਤੇ ਮੈਂ ਟੈਕਸ ਦੇ ਦੇਣਾ ਤੇ 39% ਮੈਂ ਘਰ ਲੈ ਕੇ ਜਾਣਾ ਤੇ ਤੁਸੀਂ ਸਮਝਦੇ ਹੋ ਕਿ ਕੋਈ ਬੰਦਾ ਖੁਸ਼ੀ ਨਾਲ ਟੈਕਸ ਦੇਗਾ? ਨਹੀਂ ਜੀ, ਉਹਦੇ 'ਚ ਤੁਹਾਡੇ ਸਾਰੇ ਫੈਕਟਰੀ ਦੇ ਐਕਸਪੈਂਸਿਸ ਨੇ, ਤੁਹਾਡੇ ਸਾਰੇ ਜਿੰਨੇ EMPLOYEES ਨੇ ਉਹਨਾਂ ਦੀਆਂ ਤੁਸੀਂ ਤਨਖਾਹਾਂ ਵੀ ਦੇਣੀਆਂ ਨੇ, ਉਸ ਯੂਟਿਲਿਟੀ ਬਿਲਸ ਵੀ ਨੇ। ਅੱਛਾ, ਇਹ ਇੱਕ ਗੱਲ ਬੜੀ ਪਿਆਰੀ ਤੁਸੀਂ ਕੀਤੀ ਬੜ ਸਾਹਿਬ, ਇੱਕ ਦੁਨੀਆ ਦਾ ਆਲਮਗੀਰ ਅਸੂਲ ਹੈ ਕਿ ਦਰਾਮਦਾਤ ਜਿਹੜੀਆਂ ਨੇ ਨਾ ਜੀ ਉਹਨਾਂ ਨੂੰ ਘੱਟ ਰੱਖਣਾ ਚਾਹੀਦਾ ਹੈ, ਔਰ ਐਕਸਪੋਰਟਸ 'ਚ ਅਗਰ ਇਜ਼ਾਫਾ ਨਾ ਕਰੀਏ ਤਾਂ ਕਦੀ ਵੀ ਮਈਸ਼ਤ ਮੁਸਤਹਕਮ ਹੋ ਹੀ ਨਹੀਂ ਕਿਸੇ ਮੁਲਕ ਦੀ ਸਕਦੀ। ਜੀ ਬਿਲਕੁਲ। ਸਾਡੀਆਂ ਐਸੀ ਸਾਡੀ ਹਕੂਮਤ ਪਾਲਿਸੀਜ਼ ਨਹੀਂ ਬਣਾਉਂਦੀ ਜਿਹਦੇ ਨਾਲ ਸਾਡੀਆਂ ਬਰਾਮਦਾਤ ਜਿਹੜੀਆਂ ਨੇ ਨਾ ਜੀ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਏ, ਬਲਕਿ ਇੰਪੋਰਟ ਤੇ ਟੈਕਸ ਘੱਟ ਹੈ। ਇੰਪੋਰਟ ਦੇ ਉੱਤੇ ਤੇ ਇੰਨਾ ਜ਼ਿਆਦਾ ਟੈਕਸ ਹੋਣਾ ਚਾਹੀਦਾ। ਦੇਖੋ ਨਾ, ਹੁਣ ਇੱਕ ਅਮੀਰ ਆਦਮੀ ਦਾ ਬੱਚਾ ਜਿਹੜਾ ਉਹ ਅਗਰ ਇੰਪੋਰਟਡ ਬਿਸਕੁਟ ਖਾਂਦਾ ਤੇ ਉਹ ਬਿਸਕੁਟ 5000 ਦੇ ਹੋਣੇ ਚਾਹੀਦੇ ਨੇ, ਤੇ ਗਰੀਬ ਨੂੰ ਤੇ ਪਾਕਿਸਤਾਨ ਦਾ ਬਿਸਕੁਟ 5 ਰੁਪਏ ਦਾ ਮਿਲਣਾ ਚਾਹੀਦਾ ਨੇ। ਲੇਕਿਨ ਇਹ ਨਹੀਂ ਹੁੰਦਾ। ਸਾਡੀਆਂ ਪਾਲਿਸੀਜ਼ ਇੰਪੋਰਟ ਨੂੰ ਡਿਸਕਰੇਜ ਨਹੀਂ ਕਰਦੀਆਂ। ਇਹ ਮਸ਼ਵਰਾ ਤੁਸੀਂ ਦਿੱਤਾ ਉਹਨਾਂ ਨੂੰ ਕਿ ਇੰਪੋਰਟ ਜਿਹੜੀ ਹੈ ਉਹਦੇ ਤੇ ਟੈਕਸਿਸ ਲਾਓ। ਅਸੀਂ ਜਿਹੜੇ ਐਕਸਪੋਰਟ ਕਰਨੇ ਆ, ਅਸੀਂ ਤੇ ਜ਼ਰੇ ਮੁਬਾਦਲਾ ਕਮਾ ਕੇ ਲਿਆ ਕੇ ਤੇ ਆਪਣੇ ਵਤਨ ਨੂੰ ਦੇਣੇ ਆ ਨਾ, ਖਜ਼ਾਨਾ ਭਰਨੇ ਆ ਸਰ ਫੋਰਨ ਐਕਸਚੇਂਜ ਦੇ ਨਾਲ। ਤੇ ਸਾਡੇ ਸਨਅਤਕਾਰਾਂ ਤੇ ਟੈਕਸ ਕਿਉਂ ਲਾਉਂਦੇ ਨੇ? ਦੂਸਰੀ ਗੱਲ ਬਾੜ ਸਾਹਿਬ, ਦੇਖੋਗੇ ਕੁਝ ਦਿਨਾਂ ਵਿੱਚ 2 ਟਾਇਲਸ ਫੈਕਟਰੀਆਂ ਸਨ, ਦੋਵੇਂ ਹੀ ਬੰਦ ਹੋ ਗਈਆਂ, ਔਰ ਚਾਈਨਾ ਪਾਕਿਸਤਾਨ 'ਚ ਆ ਕੇ ਟਾਇਲਸ ਫੈਕਟਰੀਆਂ ਲਗਾਈ ਜਾ ਰਿਹਾ ਹੈ। ਉਹਨਾਂ ਦਾ ਕੰਮ ਜ਼ਿਆਦਾ ਤੋਂ ਜ਼ਿਆਦਾ ਚੱਲ ਰਿਹਾ ਹੈ। ਕਿਆ ਆਪਣੇ ਮੁਲਕ ਦੀਆਂ ਜਿਹੜੀਆਂ ਸਨਅਤਾਂ ਸਨ ਉਹਨਾਂ ਨੂੰ ਜ਼ਿਆਦਾ ਨਹੀਂ ਸੀ ਕਰਨਾ ਚਾਹੀਦਾ? ਉਹਨਾਂ ਦੀ ਹੱਥ ਪਵਾਉਂਦੇ, ਉਹਨਾਂ ਨੂੰ ਬੂਸਟ ਅਪ ਕਰਦੇ। ਡਾਕਟਰ ਸਾਹਿਬ, ਉਹਦੇ ਵਿੱਚ ਜਿਹੜੀ ਤਾਂ ਤੁਹਾਡਾ ਪਹਿਲਾ ਸਵਾਲ ਹੈ ਐਕਸਪੋਰਟ ਵਾਲਾ, ਦੇਖੋ ਤੁਹਾਨੂੰ ਮੇਰਾ ਖਿਆਲ ਹੈ ਇਲਮ ਨਹੀਂ ਹੋਏਗਾ ਕਿਉਂਕਿ ਸਿਆਲਕੋਟ ਕਲੇਮ ਕਰਦਾ ਹੈ ਕਿ ਅਸੀਂ 3 ਬਿਲੀਅਨ ਦੀ ਐਕਸਪੋਰਟ ਕਰਨੀ ਹੈ। ਜੀ ਜੀ। ਗੁਜਰਾਂਵਾਲਾ ਦੀ ਅਲਹਮਦੁਲਿਲਾ 4 ਬਿਲੀਅਨ ਤੋਂ ਉੱਤੇ ਦੀ ਐਕਸਪੋਰਟ ਹੈ ਜੀ। ਐਸਾ ਹੀ। ਉਹਦੇ ਬਾਅਦ ਤੋਂ ਅਸੀਂ ਇੰਪੋਰਟ ਸਬਸਟੀਟਿਊਸ਼ਨ ਦਿੰਦੇ ਆ ਗੁਜਰਾਂਵਾਲਾ, ਉਹ $3 ਬਿਲੀਅਨ ਦੀ। ਠੀਕ। ਅਗਰ ਤੁਸੀਂ ਇਸ ਪੂਰੇ ਨੂੰ ਇਕੱਠਾ ਕਰਦੇ ਹੋ ਤਾਂ ਸਾਡਾ $7 ਬਿਲੀਅਨ ਦਾ ਪੋਰਟਫੋਲੀਓ। ਵਾਹ। ਨਾ ਸਿਆਲਕੋਟ ਕੋਈ ਇੰਪੋਰਟ ਸਬਸਟੀਟਿਊਸ਼ਨ ਦੇ ਰਿਹਾ। ਸਿਆਲਕੋਟ ਕੀ ਕਰਦਾ ਪਿਆ, ਉਹ ਚੀਜ਼ਾਂ ਇੰਪੋਰਟ ਕਰਦਾ ਹੈ, ਗੁਜਰਾਂਵਾਲਾ ਤੋਂ ਰਾ ਮਟੀਰੀਅਲ ਜਾਂਦਾ ਹੈ, ਉਹ ਚੀਜ਼ਾਂ ਬਣਾਉਂਦੇ ਨੇ ਤੇ ਐਕਸਪੋਰਟ ਕਰ ਦਿੰਦੇ ਨੇ। ਅਗਰ ਤੁਸੀਂ ਉਹਨਾਂ ਦੀ ਵੈਲਿਊ ਐਡੀਸ਼ਨ ਵੇਖੋਗੇ ਤੇ ਉਹ ਸ਼ਾਇਦ 100% ਹੋਏ, ਲੇਕਿਨ ਉਹ ਇੰਪੋਰਟ ਸਬਸਟੀਟਿਊਸ਼ਨ ਦੇ ਨਾਮ ਦੇ ਉੱਤੇ ਕੁਝ ਵੀ ਨਹੀਂ ਦਿੰਦੇ। ਇਹ ਤਾਂ ਮੈਂ ਕਹਿੰਦਾ ਨਾ ਸਰ ਕਿ ਇੰਪੋਰਟ ਤੇ ਟੈਕਸ ਲੱਗਣਾ ਚਾਹੀਦਾ ਹੈ, ਭਲੇ ਉਹ ਵੈਲਿਊ ਐਡਿਡ ਕਰਕੇ ਉਹਨਾਂ ਨੂੰ ਵਾਪਸ ਐਕਸਪੋਰਟ ਕਰਦੇ ਨੇ, ਲੇਕਿਨ ਜਦੋਂ ਇੰਪੋਰਟ ਕਰਦੇ ਨੇ ਕੋਈ ਟੈਕਸ ਨਹੀਂ ਦਿੰਦੇ। ਅੱਛਾ, ਹੋਣਾ ਕੀ ਚਾਹੀਦਾ ਡਾਕਟਰ ਸਾਹਿਬ ਕਿ ਇੰਪੋਰਟ ਜਿਹੜੀ ਚੀਜ਼ਾਂ ਹੁੰਦੀਆਂ ਨੇ ਉਹਦੀ ਐਸੀ ਪਾਲਿਸੀ ਬਣੇ ਕਿ ਉਹ ਚੀਜ਼ਾਂ ਇੰਪੋਰਟ ਹੋਣ ਦੀ ਜਗ੍ਹਾ ਤੇ
ਉਹਦੀਆਂ ਫੈਕਟਰੀਆਂ ਇੱਥੇ ਵੀ ਲੱਗਣ, ਹਾਂ ਫਿਨਿਸ਼ ਗੁੱਡ ਕੋਈ ਨਾ ਆਏ, ਵਾਹ, ਰਾ ਵਾਹ। ਮਟੀਰੀਅਲ ਆਏ ਵਾਹ ਤੇ ਉਸ ਫੈਕਟਰੀ ਨੂੰ ਦੀ ਸਬਸਿਡੀ ਦਿਓ ਕਿ ਯਾਰ ਇਹ ਸਬਸਿਡਾਈਜ਼ ਹੈ 10 ਸਾਲ ਵਾਸਤੇ, ਹਾਂ ਤਾਂ ਕਿ ਉਹ ਇਨਵੈਸਟਰ, ਕਿਉਂਕਿ ਛੋਟਾ ਪ੍ਰੋਜੈਕਟ ਨਹੀਂ ਹੋਏਗਾ, ਕੋਈ ਵੱਡਾ ਪ੍ਰੋਜੈਕਟ ਹੋਏਗਾ। ਜੀ। ਜਿਸ ਤਰ੍ਹਾਂ ਤੁਸੀਂ ਸਟੇਨਲੈਸ ਸਟੀਲ ਦੇਖਦੇ ਹੋ, ਪਲਾਸਟਿਕ ਦੇਖਦੇ ਹੋ, ਸਾਡੇ ਕੋਲ ਪੈਟਰੋਕੈਮੀਕਲ ਦਾ ਕੋਈ ਪੂਰੇ ਪਾਕਿਸਤਾਨੀ ਪਲਾਂਟ ਕੋਈ ਨਹੀਂ, ਸਾਡੇ ਕੋਲ ਦਾਣਾ ਬਣਾਉਣ ਵਾਲੀ ਕੋਈ ਨਹੀਂ, ਐਂਗਰੋ ਕੱਲਾ ਇੱਕ ਯੂਨਿਟ ਹੈ। ਹਾਂ ਤੁਸੀਂ ਇੰਪੋਰਟ ਸਬਸਟੀਟਿਊਸ਼ਨ ਦਿਓ ਲੋਕਾਂ ਨੂੰ, ਔਰ ਉਹਨਾਂ ਨੂੰ ਉਹ ਪਾਲਿਸੀ ਦੇ ਵਿੱਚ ਲੈ ਕੇ ਆਓ ਕਿ ਯਾਰ ਤੂੰ ਅਗਰ ਇਨਵੈਸਟਮੈਂਟ ਕਰੇਗਾ, ਕਿਉਂਕਿ ਸਾਡਾ ਇੰਪੋਰਟ ਬਿੱਲ ਜ਼ਿਆਦਾ ਹੈ ਤੇ ਐਕਸਪੋਰਟ ਬਿੱਲ ਸਾਡੀ ਮੇਰੇ ਹਾਲੇ 30 ਬਿਲੀਅਨ ਦੀ ਸਾਰੀ ਐਕਸਪੋਰਟ ਹੈ ਜੀ ਤੇ 39 ਬਿਲੀਅਨ ਦੀ ਸਾਡੀ ਮੇਰੇ ਹਾਲੇ ਜਿਹੜੇ ਰਿਮਿਟੈਂਸ ਆਉਂਦੀਆਂ ਨੇ ਸਾਡੇ ਭਰਾਵਾਂ ਵੱਲੋਂ ਉਹ ਨੇ। ਹੋਣਾ ਤੇ ਇਹ ਚਾਹੀਦਾ ਕਿ ਤੁਹਾਡੀਆਂ ਐਕਸਪੋਰਟਸ ਜ਼ਿਆਦਾ ਹੋਣ, ਰਿਮਿਟੈਂਸ 10 to 20% ਹੋਵੇ, ਕਮ ਜੀ। ਸੇ ਕਮ ਤੁਹਾਡਾ 200 ਤੋਂ 300 ਬਿਲੀਅਨ ਦਾ ਐਕਸਪੋਰਟ ਦਾ ਟਾਰਗੇਟ ਹੋਵੇ। ਇਹੀ ਮੈਂ ਅਰਜ਼ ਕਰ ਰਿਹਾ ਹਾਂਜੀ। ਉਹ ਡਾਕਟਰ ਸਾਹਿਬ ਉਹਦੇ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਤੁਸੀਂ ਇੰਪੋਰਟ ਸਬਸਟੀਟਿਊਸ਼ਨ ਨਾ ਦਿਓਗੇ। ਹਾਂ ਤੁਸੀਂ ਇੰਡਸਟਰੀ ਨੂੰ ਇਨਕਰੇਜ ਨਹੀਂ ਕਰੋਗੇ ਕਿ ਯਾਰ ਤੂੰ ਵੱਡੀ ਇਨਵੈਸਟਮੈਂਟ ਲੈ ਕੇ ਆ, ਕਿਉਂਕਿ ਇਹ ਚੀਜ਼ ਸਾਡੇ ਕੋਲ $6 ਬਿਲੀਅਨ ਦੀ ਇੰਪੋਰਟ ਹੁੰਦੀ ਪਈ ਹੈ ਤੇ ਉਹਦੀ ਜਗ੍ਹਾ ਤੇ ਅਗਰ ਤੂੰ ਲਗਾਏਗਾ ਫੈਕਟਰੀ ਤੇ ਇਹਦੇ ਚੋਂ $1.5-2 ਬਿਲੀਅਨ ਤੇ ਨਿਕਲ ਜਾਏਗਾ। ਹਾਂ ਲੌਂਗ ਟਰਮ ਨਹੀਂ ਸੀ ਸੋਚਦੇ, ਅਸੀਂ ਸ਼ਾਰਟ ਟਰਮ ਸੋਚਨੇ ਆ। ਬਾਬੂ ਸਾਨੂੰ ਜੋ ਕਹਿੰਦੇ ਨੇ ਕਿ ਇਹ ਬੰਦ ਕਰ ਦਿਓ ਤੇ ਇਹ ਚਲਾ ਦਿਓ, ਉਸ ਹਿਸਾਬ ਦੇ ਨਾਲ ਪਾਲਿਸੀਆਂ ਉੱਥੇ ਬਣਦੀਆਂ ਪਈਆਂ ਨੇ। ਲੇਕਿਨ ਇਸ ਮਰਤਬਾ ਸਾਡੇ ਨਾਲ ਕਾਫੀ ਅੱਛੀ ਇੰਟਰੈਕਸ਼ਨ ਰਹੀ। SIFC ਨੇ ਸਾਡੇ ਕੋਲ ਬਜਟ ਪ੍ਰਪੋਜ਼ਲ ਦਿੱਤੇ, ਵਜ਼ੀਰ ਮੁਮਲਿਕਤ ਨੇ ਸਾਨੂੰ ਮਿਲੇ, ਸਾਡੇ ਕੋਲ ਇੱਥੇ ਵਿਜ਼ਿਟ ਕੀਤਾ DG ਟੈਕਸ ਪਾਲਿਸੀ ਨੇ, ਅਸੀਂ ਜਾ ਕੇ ਮੁਲਾਕਾਤ ਕਰਕੇ ਆਏ, ਆਪਣੀ ਰਿਜ਼ਰਵੇਸ਼ਨਸ ਦੱਸੀਆਂ ਕਿ ਇੰਡਸਟਰੀ ਨੂੰ ਇਹ ਮੁਸ਼ਕਲਾਤ ਨੇ। ਦੇਖੋ ਸੁਪਰ ਟੈਕਸ ਹੋ ਗਿਆ, ਇਨਕਮ ਟੈਕਸ ਹੋ ਗਿਆ, ਸੇਲ ਟੈਕਸ ਹੋ ਗਿਆ, ਇਹ ਚੀਜ਼ਾਂ ਰੈਸ਼ਨਲਾਈਜ਼ ਹੋਣੀਆਂ ਚਾਹੀਦੀਆਂ ਨੇ। ਬਿਜਲੀ ਦੀ ਪ੍ਰਾਈਸ ਨੀਚੇ ਆਣੀ ਚਾਹੀਦੀ ਹੈ। ਤੁਹਾਡੇ ਨੇਬਰ ਦੇ ਵਿੱਚ 7 ਸੈਂਟ 8 ਸੈਂਟ ਦੀ ਬਿਜਲੀ ਹੈ, ਸਾਡੀ 11 11.5 ਸੈਂਟ ਦੀ। ਜਦੋਂ ਤੱਕ ਅਸੀਂ ਕੰਪੈਟੀਟਿਵ ਨਹੀਂ ਹੋਵਾਂਗੇ, ਸਾਡਾ ਐਕਸਪੋਰਟਰ ਐਕਸਪੋਰਟ ਨਹੀਂ ਕਰ ਪਾਏਗਾ, ਟੈਕਸਟਾਈਲ ਵੇਚ ਨਹੀਂ ਪਾਏਗਾ, ਫਿਰ ਤੁਸੀਂ ਨਵੀਂ ਚੀਜ਼ਾਂ ਨੂੰ ਇੰਟਰੋਡਿਊਸ ਕਰਵਾਓ। ਇੱਥੇ ਇੰਪੋਰਟ ਸਬਸਿਡੀ ਦੇ ਕੇ ਇੱਥੇ ਫੈਕਟਰੀਆਂ ਜ਼ਿਆਦਾ ਤੋਂ ਜ਼ਿਆਦਾ ਲਗਵਾਓ ਜੀ ਤਾਂ ਕਿ ਜੌਬ ਕ੍ਰੀਏਸ਼ਨ ਹੋਏ, ਤੁਹਾਡਾ ਇੰਪੋਰਟ ਦਾ ਬਿੱਲ ਘੱਟ ਹੋਏ, ਉਹੀ ਚੀਜ਼ਾਂ ਫਿਰ ਤੁਹਾਡੀ ਇੱਥੇ ਐਕਸਪੋਰਟ ਹੋਣਗੀਆਂ। ਬਟ ਸਾਹਿਬ ਮੈਂ ਵੀ ਗੁਜਰਾਂਵਾਲਾ ਚੈਂਬਰ ਦਾ ਇੱਕ ਮੈਂਬਰ ਹਾਂ। ਗੁਜ਼ਾਰਿਸ਼ ਇਹ ਵੇ ਕਿ ਅਰਸਾ ਦਰਾਜ਼ ਤੋਂ ਅਸੀਂ तमाम ਜਿਹੜੇ ਸਾਡੀਆਂ ਫੈਡਰੇਸ਼ਨਸ ਨੇ, ਟ੍ਰੇਡਰਸ ਦੀਆਂ ਵੀ, ਇੰਡਸਟਰੀਲਿਸਟ ਲੋਕ ਜਿਹੜੇ ਨੇ ਉਹਨਾਂ ਦੀਆਂ ਵੀ, ਉਹਨਾਂ ਦਾ ਅਸੀਂ ਇੱਕ ਮੁਤਾਲਬਾ ਸੁਣਦੇ ਆ ਰਹੇ ਹਾਂ ਕਿ ਬਜਟ ਜਦੋਂ ਬਣਦਾ ਹੈ ਜਾਂ ਜਿਹੜੀ ਸਾਡੀ ਵਜ਼ਾਰਤ ਤਜਾਰਤ ਹੈ ਜਾਂ ਸਾਡੀ ਵਜ਼ਾਰਤ ਸਨਅਤ ਹੈ, ਉਹਦੇ ਵਿੱਚ ਵੱਡੇ ਵੱਡੇ ਜਿਹੜੇ ਪਾਕਿਸਤਾਨ ਦੇ ਐਕਸਪੀਰੀਅੰਸਡ ਔਰ ਸੀਜ਼ਨਡ ਜਿਹੜੇ ਸਾਡੇ ਇੰਡਸਟਰੀਲਿਸਟ ਨੇ, ਟ੍ਰੇਡਰਸ ਨੇ, ਉਹਨਾਂ ਨੂੰ ਵੀ ਉਹਦੇ ਵਿੱਚ ਹਿੱਸਾ ਮਿਲਣਾ ਚਾਹੀਦਾ, ਉਹਨਾਂ ਨੂੰ ਮੈਂਬਰਸ ਬਣਾਇਆ ਜਾਣਾ ਚਾਹੀਦਾ। ਮਿਸਾਲ ਦੇ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਜਦੋਂ ਬਜਟ ਬਣਦਾ ਹੈ ਜਨਾਬ, ਤੇ ਉੱਥੇ तमाम ਉਸ ਮੁਲਕ ਦੇ ਵੱਡੇ ਵੱਡੇ ਸਨਅਤਕਾਰ ਜਿਹੜੇ ਨੇ, ਤਾਜਰ ਜਿਹੜੇ ਨੇ, ਉਹ ਮੁਸ਼ਾਵਰਤ, ਉਹਨਾਂ ਦੀ ਮੁਸ਼ਾਵਰਤ ਦੇ ਨਾਲ ਬਣਦਾ ਬਜਟ। ਇੱਥੇ ਤਜਾਵੀਜ਼ ਤੇ ਲੈ ਲਈਆਂ ਜਾਂਦੀਆਂ ਨੇ ਨਾ, ਜਿਹੜੀਆਂ ਸਾਡੀਆਂ ਦੂਸਰੇ ਮਮਾਲਕ ਦੇ ਵਿੱਚ ਐਮਬੈਸੀਜ਼ ਨੇ ਉਹਨਾਂ ਦੇ ਵਿੱਚ ਕਮਰਸ਼ੀਅਲ ਅਟੈਚਿਸ ਨਹੀਂ ਹੈਗੇ, ਨਾ ਸਾਡੇ ਪਾਕਿਸਤਾਨ ਦੇ ਵਿੱਚ ਜਦੋਂ ਬਜਟ ਬਣਦਾ ਹੈ ਜਾਂ ਸਾਡੇ FBR ਦਾ ਡਿਪਾਰਟਮੈਂਟ ਹੈ ਜਿਹੜਾ ਟੈਕਸ ਲਾਉਂਦਾ ਹੈ, ਜਾਂ ਸਾਡੀ ਵਜ਼ਾਰਤ ਸਨਅਤ ਤੇ ਤਜਾਰਤ ਹੈ, ਵਜ਼ਾਰਤ ਖਜ਼ਾਨਾ ਹੈ, ਉਹਦੇ ਵਿੱਚ ਸਾਡੇ ਵੱਡੇ ਵੱਡੇ ਮੁਲਕ ਦੇ ਸਨਅਤਕਾਰ ਜਿਹੜੇ ਅਰਬਾਂ ਰੁਪਏ ਟੈਕਸ ਦਿੰਦੇ ਨੇ, ਉਹਨਾਂ ਨੂੰ ਕਿਉਂ ਨਹੀਂ ਨੁਮਾਇੰਦਗੀ ਦਿੱਤੀ ਜਾਂਦੀ? ਉਹਨਾਂ ਦੀਆਂ ਵਿੱਚ ਤਜਵੀਜ਼ਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ, ਉਹਨਾਂ ਦੀ ਗੱਲਬਾਤ ਦਾ ਵਜ਼ਨ ਹੋਣਾ ਚਾਹੀਦਾ ਹੈ। ਡਾਕਟਰ ਸਾਹਿਬ ਇਹਦੇ ਵਿੱਚ ਨਾ ਸਾਡਾ ਆਪਣਾ ਵੀ ਕਸੂਰ ਹੈ ਜੀ। ਸਾਡੇ ਕੋਲ ਨਾ ਅਸੀਂ ਦੋਸਤਾਂ ਨੂੰ ਅਵੇਅਰਨੈਸ ਨਹੀਂ ਹੈ। ਦੇਖੋ ਜਦੋਂ ਬਜਟ ਪ੍ਰੀ ਬਜਟ ਮੀਟਿੰਗਸ ਵੀ ਹੁੰਦੀਆਂ ਨੇ ਤੇ ਪੋਸਟ ਬਜਟ ਮੀਟਿੰਗਸ ਵੀ ਹੁੰਦੀਆਂ ਜੀ। ਪ੍ਰੀ ਬਜਟ ਮੀਟਿੰਗ ਦੇ ਵਿੱਚ ਜਿੰਨੀਆਂ ਰਜਿਸਟਰਡ ਐਸੋਸੀਏਸ਼ਨ ਹੁੰਦੀਆਂ ਨੇ ਉਹਨਾਂ ਨੂੰ ਬੁਲਾਇਆ ਜਾਂਦਾ, ਉਹਨਾਂ ਕੋਲ ਤਜਾਵੀਜ਼ ਲਿੱਤੀਆਂ ਜਾਂਦੀਆਂ ਨੇ, ਜਿਸ ਤਰ੍ਹਾਂ ਸੈਕਟਰ ਵਾਈਜ਼ ਹੁੰਦੀਆਂ ਨੇ, ਕੋਈ ਟੈਕਸਟਾਈਲ ਤੋਂ ਹੈ, ਕੋਈ ਰਾਈਸ ਤੋਂ ਹੈ, ਕੋਈ ਮੈਟਲਸ ਤੋਂ ਹੈ, ਕੋਈ ਸਾਇੰਟੀਫਿਕ ਤੋਂ ਹੈ, ਕੋਈ ਸਰਾਮਿਕਸ ਤੋਂ ਹੈ। ਇੱਕ ਤੇ ਆਪਣੀ ਐਸੋਸੀਏਸ਼ਨਾਂ ਰਜਿਸਟਰ ਕਰਾਉਣ ਗਵਰਨਮੈਂਟ ਆਫ ਪਾਕਿਸਤਾਨ ਨਾਲ, ਤਾਂ ਕਿ ਗਵਰਨਮੈਂਟ ਆਫ ਪਾਕਿਸਤਾਨ ਨੂੰ ਪਤਾ ਚੱਲੇ ਕਿ ਇੱਕ ਐਗਜ਼ਿਸਟਿੰਗ ਬਾਡੀ ਮੌਜੂਦ ਹੈ ਜੋ ਕਿ ਇੱਕ ਸਪੈਸੀਫਿਕ ਫੀਲਡ ਨੂੰ ਰਿਪਰੈਜ਼ੈਂਟ ਕਰਦੀ ਪਈ। ਜੀ। ਜਿਹੜੀਆਂ ਬਾਡੀਆਂ ਮੌਜੂਦ ਨੇ ਉਹਨਾਂ ਸਾਰਿਆਂ ਨੂੰ ਕਾਲ ਆਉਂਦੀ ਹੈ ਅੱਛਾ ਕਿ ਆਓ ਆਪਣੀ ਬਜਟ ਤਜਾਵੀਜ਼ ਦਿਓ। ਫਿਰ ਉਹਦੇ ਬਾਅਦ ਤੋਂ ਬਜਟ ਆਉਂਦਾ ਹੈ, ਉਹਦੇ ਵਿੱਚ ਚੈਂਬਰ ਆਫ ਕਾਮਰਸ ਵੀ ਔਰ ਸਾਰੀ ਬਾਡੀਜ਼ ਵੀ ਜਾ ਕੇ ਆਪਣੀ ਤਜਾਵੀਜ਼ ਵੀ ਦਿੰਦੀਆਂ ਨੇ। ਉਹਦੇ ਬਾਅਦ ਤੋਂ ਇੱਕ ਨਾਰਮਲੀ ਕਮੇਟੀ ਬਣਦੀ ਹੈ ਕਿ ਬਜਟ ਆ ਗਿਆ, ਇਹਦੇ ਤੁਹਾਨੂੰ ਲੱਗਦਾ ਕਿ ਤੁਹਾਡੀ ਟ੍ਰੇਡ ਦੇ ਹਵਾਲੇ ਦੇ ਨਾਲ ਕੋਈ ਐਸੀ ਅਨੋਮਲੀ ਹੈ ਜਾਂ ਐਸੀ ਗਲਤੀ ਹੈ ਜਿਹਦੀ ਵਜ੍ਹਾ ਤੋਂ ਤੁਹਾਡੀ ਟ੍ਰੇਡ ਬੰਦ ਹੋ ਜਾਏਗੀ ਜੀ, ਤੇ ਤੁਸੀਂ ਆ ਕੇ ਉਹਨੂੰ ਦੂਰ ਕਰਵਾ ਲਓ। ਸੈਕੰਡਲੀ ਫਿਰ ਇੱਕ ਕੰਪੈਟੀਟਿਵ ਕਮਿਸ਼ਨ ਆਫ ਪਾਕਿਸਤਾਨ ਹੈ, ਉਹਦੇ ਵਿੱਚ ਵੀ ਅਗਰ ਤੁਹਾਡੀ ਪ੍ਰੋਡਕਟ ਐਸੀ ਹੈ ਕਿ ਤੁਸੀਂ ਸਮਝਦੇ ਹੋ ਕਿ ਮੈਂ ਪਾਕਿਸਤਾਨ 'ਚ ਬਣਾਉਣਾ ਪਿਆ ਤੇ ਬਾਹਰੋਂ ਇੰਪੋਰਟ ਹੁੰਦੀ ਪਈ ਹੈ ਤੇ ਉਹਨੂੰ ਨਹੀਂ ਹੋਣਾ ਚਾਹੀਦਾ, ਤੁਸੀਂ ਉਹਦੇ ਜਾ ਕੇ ਆਪਣੇ ਆਪ ਨੂੰ ਸੇਫਗਾਰਡ ਕਰਨ ਵਾਸਤੇ ਆਪਣੀ ਪ੍ਰੋਡਕਟ ਰਜਿਸਟਰ ਕਰਵਾਓ,
ਉਹਨਾਂ ਨੂੰ ਕੰਪਲੇਨ ਫਾਈਲ ਕਰੋ ਕਿ ਜੀ ਇਹ ਜਿਹੜੀ ਪ੍ਰੋਡਕਟ ਆਂਦੀ ਪਈ ਹੈ, ਮੈਂ ਇਹਦਾ ਸਬਸਟੀਟਿਊਟ ਪਾਕਿਸਤਾਨ ਵਿੱਚ ਬਣਾਉਣਾ ਪਿਆ ਤੇ ਇਸ ਪ੍ਰੋਡਕਟ ਨੂੰ ਨਾ ਆਉਣ ਦਿੱਤਾ ਜਾਵੇ। ਉਹ ਕੰਪੈਟੀਟਿਵ ਕਮਿਸ਼ਨ ਆਫ ਪਾਕਿਸਤਾਨ ਕੀ ਕਰੇਗਾ, ਉਹ ਤੁਹਾਡੀ ਰਿਕੁਐਸਟ ਲਏਗਾ, ਉਹਦੇ 'ਤੇ ਮੀਟਿੰਗਸ ਕਰੇਗਾ ਮਿਨਿਸਟਰੀ ਆਫ ਕਾਮਰਸ ਦੇ ਨਾਲ, ਤੇ ਗ੍ਰੈਜੂਅਲੀ ਉਹਦੇ 'ਤੇ ਟੈਕਸੇਸ਼ਨ ਵਧਾਉਣਾ ਸ਼ੁਰੂ ਕਰ ਦੇਗਾ ਠੀਕ ਤਾਂ ਕਿ ਇੰਪੋਰਟ ਘੱਟ ਹੋ ਜਾਵੇ। ਅਸੀਂ ਲੋਕ ਖੁਦ ਤੋਂ ਐਫਰਟ ਕੋਈ ਨਹੀਂ ਕਰਦੇ, ਸ਼ੁਰੂ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ, ਲੇਕਿਨ ਵਿਦ ਦਾ ਟਾਈਮ ਉਹ ਪ੍ਰੋਬਲਮ ਰਿਜ਼ੋਲਵ ਹੋਣੀਆਂ ਸ਼ੁਰੂ ਹੋ ਜਾਂਦੀਆਂ। ਮੈਂ 2008-9 ਦਾ ਬਜਟ ਦੇਖਣਾ ਵੀ ਪਿਆ, ਅਸੀਂ ਜਾ ਕੇ ਪ੍ਰੈਜੈਂਟੇਸ਼ਨ ਵੀ ਦਿੰਦੇ ਹਾਂ, ਸਟੈਂਡਿੰਗ ਕਮੇਟੀ ਫੋਰ ਸੈਨੇਟ ਵਿੱਚ ਵੀ ਜਾਂਦੇ ਹਾਂ, ਨੈਸ਼ਨਲ ਅਸੈਂਬਲੀ 'ਚ ਵੀ ਜਾਂਦੇ ਹਾਂ, ਵਜ਼ੀਰ ਖਜ਼ਾਨਾ ਨੂੰ ਵੀ ਮਿਲਦੇ ਹਾਂ, ਲੇਕਿਨ ਉਹਦੇ ਵਾਸਤੇ ਤੁਹਾਨੂੰ ਐਫਰਟ ਕਰਨੀ ਪੈਣੀ। ਸਾਡਾ ਬਿਜ਼ਨਸਮੈਨ ਕਹਿੰਦਾ ਜੀ ਮੈਂ ਘਰ ਬੈਠਿਆ, ਚੈਂਬਰ ਦਾ ਸੱਦਰ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਬਜਟ 'ਚ ਗਲਤੀ ਹੈ। ਭਾਈ ਤੁਸੀਂ ਸਾਡੇ ਕੋਲ ਟੁਰ ਕੇ ਆਓ, ਸਾਨੂੰ ਆਪਣੀ ਕੰਪਲੇਨ ਦੱਸੋ, ਅਸੀਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ, ਉੱਥੇ ਜਾ ਕੇ ਤੁਹਾਡੀ ਪ੍ਰੈਜੈਂਟੇਸ਼ਨ ਦੇਵਾਂਗੇ, ਤੁਹਾਡੇ ਵਾਸਤੇ ਆਵਾਜ਼ ਉਠਾਵਾਂਗੇ, ਲੇਕਿਨ ਤੁਸੀਂ ਸਾਨੂੰ ਆ ਕੇ ਦੱਸੋਗੇ ਨਹੀਂ, ਸਾਨੂੰ ਪ੍ਰੋਬਲਮ ਦਾ ਪਤਾ ਹੀ ਨਹੀਂ ਲੱਗੇਗਾ। ਫਰਕ ਹੈਗਾ ਹੈ। ਤੁਸੀਂ ਸਾਡੇ ਕੋਲ 34 ਕਲਸਟਰ ਨੇ ਗੁਜਰਾਂਵਾਲਾ ਦੇ ਵਿੱਚ, 34 ਮੁਖਤਲਿਫ ਇੰਡਸਟਰੀਆਂ ਨੇ, ਟੈਕਸਟਾइल है, राइस है, सेंट्रीफिटी में, सिरामिक्स है, मेटल प्रोसैसिंग है, फिर फैन इंडस्ट्री है। ਤੁਹਾਡੇ ਕੋਲ 34 ਕਲਸਟਰ ਹੁੰਦੇ ਤੁਸੀਂ ਇੱਕਦਮ ਨਾਲ ਤੁਸੀਂ ਉਹਦੇ ਮਾਸਟਰ ਨਹੀਂ ਹੋ ਸਕਦੇ। 1 2 3 ਇੰਡਸਟਰੀਆਂ ਨੂੰ ਤੁਸੀਂ ਰਿਪਰੈਜ਼ੈਂਟ ਕਰ ਸਕਦੇ। ਬਾਕੀ ਤੁਹਾਡਾ ਕੰਮ ਹੈ, ਤੁਹਾਡਾ ਆਪਣਾ ਚੈਂਬਰ ਆਫ ਕਾਮਰਸ ਹੈ, ਤੁਸੀਂ ਤਸ਼ਰੀਫ ਲਿਆਓ ਕਿ ਬਜਟ ਦੇ ਵਿੱਚ ਇਹ ਸਾਨੂੰ ਪ੍ਰੋਬਲਮ ਆ ਸਕਦੀ ਆਈ ਹੈ ਤੇ ਇਹਨੂੰ ਰਿਜ਼ੋਲਵ ਕਰੋ। ਇਹ ਤਜਾਵੀਜ਼ ਤੁਹਾਡੀ ਲੈ ਕੇ ਜਾਵਾਂਗੇ, ਉੱਥੇ ਜਾ ਕੇ ਪ੍ਰੈਜ਼ੈਂਟ ਕਰਾਵਾਂਗੇ। ਤੁਸੀਂ ਨਾਲ ਜਾਣਾ ਚਾਹੁੰਦੇ ਹੋ, ਨਾਲ ਆਓ ਸਾਡੇ, ਅਸੀਂ ਜਾ ਕੇ ਤੁਹਾਡੀਆਂ ਅਨੋਮਲੀਆਂ ਦੂਰ ਕਰਵਾਈਏ। ਲੇਕਿਨ ਅਸੀਂ ਐਫਰਟ ਨਹੀਂ ਕਰਦੇ। ਅਸੀਂ ਕਹਿੰਦੇ ਯਾਰ ਇਹ ਆ ਗਿਆ, ਇਹ ਕੁਝ ਜਿਹੜੇ ਉੱਤੇ ਜੇ ਸੇਠ ਨੇ ਇਹਨਾਂ ਨੇ ਹੀ ਇਹ ਕਰਵਾਉਣਾ, ਇੰਜ ਨਹੀਂ ਹੁੰਦਾ। ਕਿੰਨੀ ਮਰਤਬਾ ਹੋਇਆ, ਮੇਰੀ ਆਪਣੀ ਸੈਲਫ ਐਕਸਪੀਰੀਅੰਸ ਹੈ, ਤੁਸੀਂ ਜਾ ਕੇ ਆਪਣੀ ਚੀਜ਼ ਐਕਸਪਲੇਨ ਕਰਨੀ ਕਿ ਸਰ ਲੀਗਲੀ ਇਹ ਠੀਕ ਹੈ, ਇਹ ਠੀਕ ਨਹੀਂ ਹੈ, ਤੇ ਜਿੰਨਾ ਮਰਜ਼ੀ ਵੱਡਾ ਬੰਦਾ ਹੋਏ ਦੂਜੇ ਪਾਸੇ ਮੈਰਿਟ ਤੋਂ ਨਹੀਂ ਹਟ ਸਕਦਾ। ਆ ਮੁਦੱਲਲ ਜਾ ਕੇ ਆਪਣੀ ਗੱਲ ਕਰੋ, ਆਪਣਾ ਕੇਸ ਪਲੀਡ ਕਰੋ, ਤੇ ਕਿਉਂ ਨਹੀਂ ਅਗਲਾ ਸੁਣਦਾ? ਸੁਣਵਾਈ ਫਿਰ ਹੋਏਗੀ। ਸਹੀ ਫਰਮਾ ਰਹੇ। ਅਸੀਂ ਕੇਸ ਹੀ ਨਹੀਂ ਪਲੀਡ ਕਰਦੇ, ਸਾਰਾ ਕੁਝ ਪਾ ਦਿੰਦੇ ਆ ਜੀ ਉਹਨੇ ਕਰ ਦਿੱਤਾ, ਯਾਰ ਉਹ ਚਲਾ ਗਿਆ, ਜਾ ਕੇ ਕਰ ਆਇਆ ਨਾ, ਤੁਸੀਂ ਵੀ ਚਲੇ ਜਾਓ। ਵਾਹ ਵਾਹ ਵਾਹ, ਤੁਸੀਂ ਆਪਣੇ ਆਪ ਨੂੰ ਐਫਰਟ ਇੱਥੇ ਪਾਓ। ਠੀਕ ਹੈ। ਹੁਣ ਚੱਲਿਆ ਸੀ ਲਾਕਡਾਊਨ ਵਾਲਾ ਇਸ਼ੂ, ਸਾਰੀ ਮਾਰਕੀਟਾਂ ਨੇ, ਅਸੀਂ ਸਾਰਿਆਂ ਨੇ ਆਵਾਜ਼ ਉਠਾਈ ਹੈ, ਰਿਜ਼ੋਲਵ ਹੋ ਗਿਆ। ਫਿਰ ਈਦ ਅੱਛੀ ਗੁਜ਼ਰ ਗਈ। ਦੁਬਾਰਾ ਅਸੀਂ ਕੱਲ ਵੀ ਗੱਲ ਕੀਤੀ ਹੈ PM ਸਾਹਿਬ ਨਾਲ, ਪ੍ਰਾਈਮ ਮਿਨਿਸਟਰ ਨਾਲ, ਪਰਸੋਂ ਵੀ ਗੱਲ ਹੋਈ। ਅਸੀਂ ਉਹਨਾਂ ਨੂੰ ਪਰਸੋਂ ਵੀ ਰਿਕੁਐਸਟ ਕੀਤੀ ਕਿ ਸਰ ਤੁਹਾਡੀ ਮਿਹਰਬਾਨੀ, ਮਾਰਕੀਟਾਂ ਸਾਡੀ ਇੰਡਸਟਰੀ ਦਾ 40% ਹੈਗੀਆਂ ਨੇ ਜੀ, ਉਹਦੇ ਮਾਰਕੀਟ ਹੈ ਰਾਤੀ 8 ਵਜੇ ਤੋਂ ਬਾਅਦ ਤੁਹਾਡਾ ਇੱਕ ਟ੍ਰੈਂਡ ਬਣ ਗਿਆ, ਰਾਤ 12 ਵਜੇ 1 ਵਜੇ ਤੱਕ। ਜੀ ਉਹ ਤਾਂ ਤੁਸੀਂ ਲੋਕਾਂ ਨੂੰ ਪਰਮਿਸ਼ਨ ਨਹੀਂ ਦਿਓਗੇ, ਲੋਕ ਨਿਕਲਦੇ ਨਹੀਂ ਘਰੋਂ ਬਾਹਰ। ਮੇਰਾ ਆਪਣਾ ਹਾਲ ਹੈ ਕਿ ਮੈਂ 1-2 ਮਰਤਬਾ 8 ਵਜੇ ਤੋਂ ਬਾਅਦ ਗਿਆ ਤੇ ਬਾਰ-ਬਾਰ ਸ਼ਾਪ ਬੰਦ ਸੀ। ਮੈਂ ਕਿਹਾ ਕਿ ਬੰਦ, ਫਿਰ ਯਾਦ ਆਇਆ ਤੇ ਲਾਕਡਾਊਨ ਲੱਗਿਆ ਹੋਇਆ ਤੇ ਲੋਕ ਘਰ ਜਾਂਦੇ ਨੇ, ਆਰਾਮ ਕਰਦੇ ਨੇ, ਉਹਦੇ ਬਾਅਦ ਤੋਂ ਫੈਮਿਲੀ ਨੂੰ ਲੈ ਕੇ ਨਿਕਲਦੇ। ਅੱਛਾ ਬਾੜ ਸਾਹਿਬ, ਜਿਹੜੀ ਮਹਿੰਗਾਈ ਹੈ ਉਹ ਬਹੁਤ ਸਾਡੇ ਮੁਲਕ ਦੇ ਵਿੱਚ ਬੇਕਾਬੂ ਹੁੰਦੀ ਜਾ ਰਹੀ ਹੈ। ਗਰੀਬ ਆਦਮੀ ਦੀ ਤੇ ਜ਼ਿੰਦਗੀ ਤੰਗ ਹੋ ਗਈ ਹੈ, ਬਿਲਕੁਲ ਕੂਵਤ ਖਰੀਦ ਬਿਲਕੁਲ ਕੋਈ ਨਹੀਂ। ਮਹਿੰਗਾਈ ਵੱਧਦੀ ਹੈ ਲੇਕਿਨ ਤਨਖਾਹਾਂ ਨਹੀਂ ਵੱਧਦੀਆਂ, ਗਰੀਬ ਦੀ ਆਮਦਨੀ ਨਹੀਂ ਵੱਧਦੀ। ਸਾਡੇ ਮੌਜੂਦਾ ਹੁਕਮਰਾਨ ਜਿਹੜੇ ਨੇ ਉਹਨਾਂ ਨੂੰ ਵੀ ਹੁਣ ਬਰਸਰ ਇਕਤਦਾਰ ਆਇਆ ਕੋਈ 2 ਸਾਲ ਤੋਂ ਤੇ ਉੱਤੇ ਅਰਸਾ ਹੋ ਰਿਹਾ ਹੈ, ਲੇਕਿਨ ਉਹ ਅੱਜ ਵੀ ਜ਼ਿਆਦਾ ਇਹੀ ਕਹਿੰਦੇ ਨੇ ਜੀ ਕਿ ਪਿਛਲੀ ਹਕੂਮਤ ਜਿਹੜੀ ਹੈ ਉਹਨੇ IMF ਦੇ ਨਾਲ ਜਿਹੜੇ ਮੁਆਹਦੇ ਕੀਤੇ ਉਹਨਾਂ ਦੇ ਨਤੀਜੇ ਅਸੀਂ ਮੌਜੂਦਾ ਹਕੂਮਤ ਭੁਗਤ ਰਹੀ ਹੈ ਜਾਂ ਉਹਦੀ ਵਜ੍ਹਾ ਤੋਂ ਮਹਿੰਗਾਈਆਂ ਹੁੰਦੀਆਂ ਜਾ ਰਹੀਆਂ ਨੇ। ਸਰ ਅਸੀਂ ਮੰਨਦੇ ਹਾਂ ਕਿ ਚਲੋ ਇਹ ਵੀ ਛੋਟਾ ਜਿਹਾ ਇੱਕ ਫੈਕਟਰ ਹੋਣਾ ਹੈ। ਪਿਛਲੀ ਹਕੂਮਤ ਜਿਹੜੀ ਪਿਛਲੇ ਹੁਕਮਰਾਨ ਵੀ ਕਰ ਗਏ ਹੋਣਗੇ ਪਾਕਿਸਤਾਨ ਦੇ ਆਵਾਮ ਦੇ ਨਾਲ ਕੁਛ ਨੇਕੀਆਂ, ਲੇਕਿਨ ਜਿਹੜੇ ਸਾਡੇ ਮੌਜੂਦਾ ਹੁਕਮਰਾਨ ਨੇ ਉਹਨਾਂ ਨੂੰ ਕਿੰਨਾ ਕੁ ਹੋਰ ਅਰਸਾ ਚਾਹੀਦਾ ਗਰੀਬ ਦੀ ਜ਼ਿੰਦਗੀ ਜਿਹੜੀ ਉਹਨੂੰ ਆਸਾਨ ਬਣਾਉਣ ਵਾਸਤੇ? ਵੇਖੋ ਨਾ, ਹੁਣ 2 ਸਾਲ ਤੇ ਹੋ ਗਏ ਨੇ, ਇਹ 5 ਸਾਲ ਇਸ ਤਰ੍ਹਾਂ ਹੀ ਕਹਿ ਕੇ ਕਿ ਪਿਛਲੀ ਹਕੂਮਤ ਦੀ ਅਸੀਂ ਖਮਿਆਜ਼ਾ ਭੁਗਤ ਰਹੇ ਹਾਂ, ਪਿਛਲੀ ਹਕੂਮਤ ਨੇ ਮਹਿੰਗਾਈ ਕਰ ਦਿੱਤੀ ਹੈ। ਇਸ ਤਰ੍ਹਾਂ ਤਾਂ ਨਹੀਂ ਜਨਾਬ, ਪਿਛਲੀ ਹਕੂਮਤ ਦੇ ਦੌਰ 'ਚ ਤੇ ਐਡਾ ਤੇਲ ਮਹਿੰਗਾ ਨਹੀਂ ਸੀ, ਸਾਰਾ ਕੁਝ ਹੋਣਾ ਹੀ ਕੀਤਾ ਮੌਜੂਦਾ ਹਕੂਮਤ ਨੇ। ਔਰ ਸਿਰਫ ਤੇਲ ਬਾੜ ਸਾਹਿਬ ਜਦੋਂ ਮਹਿੰਗਾ ਹੁੰਦਾ ਨਾ, ਉਦੋਂ ਦੁੱਧ ਵੀ ਮਹਿੰਗਾ ਹੋ ਜਾਂਦਾ, ਉਦੋਂ ਸਬਜ਼ੀਆਂ ਵੀ ਮਹਿੰਗੀਆਂ ਹੋ ਜਾਂਦੀਆਂ ਨੇ, ਉਦੋਂ ਗਰੀਬ ਆਦਮੀ ਜਿਹੜਾ ਪਬਲਿਕ ਟਰਾਂਸਪੋਰਟ ਤੇ ਸਫ਼ਰ ਕਰਦਾ ਉਹਨੂੰ ਕਿਰਾਏ ਵੀ ਵੱਧ ਦੇਣੇ ਪੈਂਦੇ ਨੇ। ਤੁਸੀਂ ਇਸ ਗੱਲ ਨਾਲ ਮੁਤਫਿਕ ਹੋ ਕਿ ਸਾਰਾ ਕੁਝ ਪਿਛਲੀ ਹਕੂਮਤ ਦਾ ਹੀ ਕੀਤਾ ਧਰਿਆ, ਜਾਂ ਦੇਖੋ ਨਾ ਸਾਡੇ ਮੌਜੂਦਾ ਹੁਕਮਰਾਨਾਂ ਨੂੰ ਵੀ ਤਾਂ ਕੁਝ ਕਰਨਾ ਚਾਹੀਦਾ ਨਾ ਜੀ? ਗਰੀਬ ਨੂੰ ਤਾਂ ਰੋਟੀ ਵੀ ਨਹੀਂ ਕਮਾਉਣ ਦਿੰਦੇ ਪਏ, ਉਹ ਤਾਂ ਰੇਹੜੀ ਵੀ ਲਾਉਂਦਾ ਉਹਦੀ ਉਹ ਵੀ ਚੁਕਵਾ ਦਿੰਦੇ ਨੇ। ਲੇਕਿਨ ਇਹ ਵੇ ਕਿ ਸਰ ਉਹ ਆਪਣੀ ਮਾਂ ਦੀ ਦਵਾਈ ਕਿਸ ਤਰ੍ਹਾਂ ਲਵੇ ਸਰ? ਉਹ ਆਪਣੀ ਬੀਵੀ ਬਿਮਾਰ ਜਿਹੜੀ ਹੈ, ਦੇਖੋ ਨਾ ਇੱਕ ਹਾਮਲਾ ਔਰਤ ਜਿਹੜੀ ਹੈ ਉਹਨੂੰ ਇੱਕ ਮਤਵਾਜ਼ਨ ਗ਼ਜ਼ਾ ਚਾਹੀਦੀ ਹੁੰਦੀ ਹੈ,
ਸਾਡੇ ਮੁਲਕ ਦੇ ਗਰੀਬ ਆਦਮੀ ਦੀ ਬੀਵੀ, ਗਰੀਬਾਂ ਦੀਆਂ ਮਾਵਾਂ ਪੂਰਾ ਪ੍ਰੈਗਨੈਂਸੀ ਪੀਰੀਅਡ ਜਿਹੜਾ ਉਹਦੇ ਵਿੱਚ ਇੱਕ ਗਲਾਸ ਦੁੱਧ ਉਹਨਾਂ ਨੂੰ ਨਸੀਬ ਨਹੀਂ ਹੁੰਦਾ। ਉਹਨਾਂ ਨੇ ਕੀ ਸਿਹਤਮੰਦ ਬੱਚੇ ਪੈਦਾ ਕਰਨੇ ਨੇ ਤੇ ਕੀ ਸਿਹਤਮੰਦ ਕੌਮ ਅੱਗੋਂ ਸਾਡੀ ਬਣਨੀ ਹੈ। ਹੁਕਮਰਾਨਾਂ ਨੂੰ ਜਨਾਬ ਸਾਡੇ ਗਰੀਬਾਂ ਵੱਲ ਵੀ ਧਿਆਨ ਕਰਨਾ ਚਾਹੀਦਾ। ਕੋਈ ਇਹ ਵੀ ਤੁਸੀਂ ਤਜਵੀਜ਼ ਦਿੱਤੀ ਸੀ ਕਿ ਨਹੀਂ ਦਿੱਤੀ? ਡਾਕਟਰ ਸਾਹਿਬ ਦੇਖੋ, ਇਸ ਟਾਈਮ ਜਿਹੜੀ ਪੈਟਰੋਲ ਪ੍ਰਾਈਸਿਸ ਨੇ ਉਹ ਇੰਟਰਨੈਸ਼ਨਲ ਜਿਹੜੀ ਵਾਰ ਹੈ US ਦੀ ਤੇ ਈਰਾਨ ਦੀ, ਉਹਦੀ ਵਜ੍ਹਾ ਤੋਂ ਵਧੀ ਹੋਈਆਂ ਨੇ। ਕਦੀ ਇੰਨੀ ਹਾਈਵ ਨਹੀਂ ਆਈ, ਕਦੀ ਇੰਨਾ ਮਹਿੰਗਾ ਪੈਟਰੋਲ ਨਹੀਂ ਹੋਇਆ। ਮੇਰਾ ਖਿਆਲ ਹੈ ਅਸੀਂ ਹਾਲੇ ਵੀ ਰੀਜਨ ਵਿੱਚ ਨਾ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਆ, ਲੇਕਿਨ ਅਸੀਂ ਉਹਨੂੰ ਵੀ ਐਜ਼ ਅ ਸ਼ੈਲਟਰ ਯੂਜ਼ ਨਹੀਂ ਕਰ ਸਕਦੇ ਜੀ। ਗੌਰਮੈਂਟ ਨੂੰ ਸਬਸਿਡਾਈਜ਼ ਕਰਨਾ ਚਾਹੀਦਾ ਹੈ ਪੈਟਰੋਲ ਦੀ ਪ੍ਰਾਈਸਿਸ ਨੂੰ, ਲੋਕਾਂ ਨੂੰ ਰਿਲੀਫ ਦੇਣਾ ਚਾਹੀਦਾ ਹੈ। ਉਹਨਾਂ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਨਾ ਜੀ, ਅਸੀਂ ਤਾਂ ਨਹੀਂ ਕਰ ਸਕਦੇ। ਜੀ ਜੀ। ਦੇਖੋ, ਈਰਾਨ ਦੇ ਨਾਲ ਅਗਰ ਈਰਾਨ ਦੇ ਰਸਤੇ ਤੁਹਾਨੂੰ ਪੈਟਰੋਲ ਸਸਤਾ ਮਿਲਦਾ ਹੈ, ਤੁਸੀਂ ਕਿਉਂ ਨਹੀਂ ਲੈਂਦੇ? ਬਿਲਕੁਲ ਲੈਣਾ ਚਾਹੀਦਾ। ਹਾਂ, ਤੁਹਾਨੂੰ ਰਿਲੀਫ ਦੇਣਾ ਚਾਹੀਦਾ। ਇੰਡੀਆ ਕਰਦਾ ਪਿਆ, ਰਸ਼ੀਆ ਕਰਦਾ ਪਿਆ, ਚਾਈਨਾ ਕਰਦਾ ਪਿਆ, ਤੇ ਪਾਕਿਸਤਾਨ ਕਿਉਂ ਨਹੀਂ? ਹਾਂ ਸਾਡੀ ਜਿਹੜੀ ਫੋਰਨ ਪਾਲਿਸੀ ਹੈ ਉਹ ਅਲਹਮਦੁਲਿਲਾ ਇਸ ਟਾਈਮ ਟਾਪ ਦੇ ਉੱਤੇ ਵੇ। ਜੀ। ਆਰਮੀ ਚੀਫ ਉਹਨੂੰ ਲੀਡ ਕਰਦੇ ਪਏ ਨੇ, ਇਸਾਕ ਡਾਰ ਸਾਹਿਬ ਉਹਨੂੰ ਲੀਡ ਕਰਦੇ ਪਏ ਨੇ। ਮੇਰਾ ਖਿਆਲ ਹੈ ਕਿਸੇ ਤਰੀਕੇ ਸਾਨੂੰ ਆਪਣੇ ਲਈ ਰਿਲੀਫ ਦਾ ਫੈਕਟਰ ਇਸ ਵਾਰ ਨੂੰ ਕਿਤੇ ਨਾ ਕਿਤੇ ਸਾਨੂੰ ਮਿਲਣਾ ਚਾਹੀਦਾ। ਔਰ ਐਸੇ ਇਹ ਮੌਕਾ ਐਸਾ ਸਰ ਕਿ ਸਾਡੀ ਸੁਣੀ ਜਾ ਰਹੀ ਹੈ ਔਰ ਅਸੀਂ ਕਰ ਸਕਨੇ ਆ। ਇਸ ਵੇਲੇ ਸਾਨੂੰ ਕੁਝ ਐਸੇ ਇਕਦਾਮਾਤ, ਕੁਝ ਐਸੇ ਫੈਸਲੇ ਲੈ ਲੈਣੇ ਚਾਹੀਦੇ ਨੇ ਜਿਹੜੇ ਕਮ ਸੇ ਕਮ ਪਾਕਿਸਤਾਨੀ ਕੌਮ ਦੇ ਵਾਸਤੇ ਜਿਹੜੇ ਨੇ ਉਹ ਬੈਨੀਫੀਸ਼ੀਅਲ ਹੋਣ। ਕੌਮ ਤੁਸੀਂ ਇਹ ਅਪਰਚੂਨਿਟੀ ਮਿਸ ਕੀਤੀ ਤੇ ਵਾਂਸ ਇਨ ਅ ਲਾਈਫ ਟਾਈਮ। ਹਾਂ, ਕਿਉਂਕਿ ਦੇਖੋ UAE ਅੰਡਰ ਪ੍ਰੈਸ਼ਰ ਹੈ, ਈਰਾਨ ਅੰਡਰ ਪ੍ਰੈਸ਼ਰ ਹੈ, ਅਫਗਾਨਿਸਤਾਨ ਤੁਹਾਡਾ ਬਾਰਡਰ ਆਲਰੇਡੀ ਗਰਮ ਹੈ, ਈਰਾਨ ਦੇ ਨੇ ਤੁਸੀਂ ਨਾਲ ਖੜੇ ਹੋਏ ਹੋ। ਐਸੇ ਵਿੱਚ ਇਸ ਖਾਰਜਾ ਪਾਲਿਸੀ ਦੇ ਵਿੱਚ ਪਾਕਿਸਤਾਨ ਵਾਸਤੇ ਕੁਛ ਨਾ ਕੁਛ ਨਿਕਲਣਾ ਚਾਹੀਦਾ। ਵਾਹ, ਬੜੀ ਖੂਬ ਗੱਲ ਕੀਤੀ। ਅਗਰ ਤੁਸੀਂ ਇਹ ਮੌਕਾ ਮਿਸ ਕਰ ਦਿੱਤਾ ਤੇ ਦੁਬਾਰਾ ਨਹੀਂ ਮਿਲਣਾ, ਹੱਥ ਨਹੀਂ ਆਏਗਾ। ਹੱਥ ਨਹੀਂ ਆਏਗਾ। ਲੋ ਜੀ ਪਿਆਰੇ ਵੇਖਣ ਵਾਲਿਓ, ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਸਾਡੇ ਗੁਜਰਾਂਵਾਲਾ ਚੈਂਬਰ ਆਫ ਕਾਮਰਸ ਦੇ ਮੁਹਤਰਮ ਮੁਕਰਮ ਮੁਅੱਜ਼ਜ਼ ਮੁਫਖਰ ਸਦਰ ਅਲੀ ਹਮਾਇਓ ਭੱਟ ਸਾਹਿਬ ਬੜੀਆਂ ਹੀ ਪਿਆਰੀਆਂ ਗੱਲਾਂ ਸਾਡੇ ਨਾਲ ਕਰ ਰਹੇ ਸਨ। ਸੁਜੈਸ਼ਨਸ ਬੜੀਆਂ ਖੂਬਸੂਰਤ ਉਹਨਾਂ ਨੇ ਗੁਜਰਾਂਵਾਲਾ ਦੀ ਸਨਅਤ ਦੇ ਵਾਸਤੇ ਨਾ ਸਿਰਫ ਹੁਕਮਰਾਨਾਂ ਨੂੰ ਦਿੱਤੀਆਂ ਬਲਕਿ ਸਾਡੇ ਨਾਲ ਵੀ ਸ਼ੇਅਰ ਕੀਤੀਆਂ। ਗਰੀਬ ਦਾ ਦਰਦ ਜਿਹੜਾ ਹੈ, ਆਮ ਆਦਮੀ ਜਿਹੜਾ ਸਾਡੇ ਮੁਲਕ ਦਾ, ਉਹ ਵੀ ਮੈਂ ਉਹਨਾਂ ਦੀ ਗੁਫ਼ਤਗੂ ਦੇ ਵਿੱਚੋਂ ਮਹਿਸੂਸ ਕੀਤਾ। ਉਹਨਾਂ ਦੇ ਦਿਲ ਦੇ ਗੋਸ਼ੇ ਦੇ ਵਿੱਚ ਆਮ ਆਦਮੀ ਦੀ ਕਦਰ ਵੀ ਹੈ। ਪਿਆਰਿਓ, ਉਹ ਪੰਜਾਬੀ ਦਾ ਇੱਕ ਮਾਹੀਆ ਹੈ ਕਿ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ। ਗੱਲਾਂ ਤੇ ਬੜੀਆਂ ਪਿਆਰੀਆਂ ਨੇ, ਬੜੀਆਂ ਇਨਫੋਰਮੇਟਿਵ ਨੇ, ਬੜੀ ਅਵੇਅਰਨੈਸ ਤੁਹਾਨੂੰ ਦੇ ਰਹੀਆਂ ਨੇ, ਲੇਕਿਨ ਵੇਲੇ ਦੀ ਤੰਗੀ ਸਾਡਾ ਲੜ ਫੜ ਕੇ ਖਲੋਤੀ ਹੈ। ਇਸ ਵਾਸਤੇ ਤੁਹਾਡੇ ਕੋਲੋਂ ਹੁਣ ਲਵਾਂਗੇ ਇਜਾਜ਼ਤ। ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। रौनक हो जाऊं चढ़